God, परमेश्वर on the throne. Okay. Hallelujah. Hallelujah. आवाज आ रही? पूरी आ रही आवाज? ओके जी, ओके। जय मसीह दी। ਅਸੀਂ ਚਰਚ ਵਿੱਚ ਤੁਹਾਡੇ ਸਾਰਿਆਂ ਨੂੰ ਵੈਲਕਮ ਕਰਦੇ ਆਂ ਤੇ ਪ੍ਰਭੂ ਜੀ ਦਾ ਧੰਨਵਾਦ ਕਰਦੇ ਆਂ, ਉਹਨਾਂ ਦੀ ਮਹਿਮਾ ਕਰਦੇ ਆਂ। ਸਭ ਤੋਂ ਪਹਿਲੇ ਮੈਂ ਅਪੋਸਟਲ ਪ੍ਰੀਤਮ ਜੀ ਤੇ ਕਮਲਦੀਪ ਜੀ, ਮੈਨ ਆਫ ਗॉड, ਉਹਨਾਂ ਨੂੰ ਮੈਂ ਧੰਨਵਾਦ ਕਰਦੀ ਆਂ ਜੋ ਸਾਰਾ ਹਫਤਾ ਕੰਮ ਕਰਕੇ ਇਹ ਸੰਡੇ ਲੈ ਕੇ ਆਉਂਦੇ ਨੇ। ਤੇ ਉਹਨਾਂ ਦੇ ਪਿੱਛੇ ਜੋ ਤਾਕਤ ਹੈ ਆਸ਼ਾ ਜੀ ਦੀ ਤੇ ਰਾਜਦੀਪ ਦੀ ਹੁੰਦੀ ਹੈ। ਸੌਰੀ, ਇਹ ਸਾਰੀਆਂ ਇਕਵਿਪਮੈਂਟ ਪ੍ਰੋਬਲਮਸ ਨੇ, ਮੈਨੂੰ ਅੱਛਾ ਕਰ ਦਿੱਤਾ। ਥੈਂਕ ਯੂ ਲਾਰਡ, ਥੈਂਕ ਯੂ। ਗਿਵ ਮੀ ਦ ਸਪਿਰਿਟ ਆਫ ਵਿਜ਼ਡਮ ਐਂਡ ਰੈਵਲੇਸ਼ਨ ਇਨ ਦ ਨੋਲੇਜ ਆਫ ਯੂ ਲਾਰਡ, ਇਨ ਜੀਸਸ ਨੇਮ ਆਈ ਪ੍ਰੇ। ਪਰਮਾਤਮਾ ਦੀ ਉਸਤਤ ਕਰਦੀ ਹਾਂ। ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ, ਬਟ ਇਹ ਸਭ ਤੋਂ ਅੱਛੀ ਕਿਤਾਬ ਹੈ, ਇਹ ਪਵਿੱਤਰ ਬਾਈਬਲ ਹੈ। ਇਸ ਕਿਤਾਬ ਦੇ ਵਿੱਚ ਨਾਂ ਨਹੀਂ ਲਿਖਿਆ, ਕੋਈ ਨਾਂ ਨਹੀਂ ਹੈ। ਇਸ ਦੇ ਵਿੱਚ ਪਰਮੇਸ਼ਵਰ ਨੇ 31,000 ਵਰਸਿਸ ਨੇ ਤੇ 3,000 ਪ੍ਰੋਮਿਸ ਵਾਅਦੇ ਨੇ ਇਹਦੇ ਵਿੱਚ। ਤੇ ਅਸੀਂ ਬਾਕੀ ਲੋਕਾਂ ਦੇ ਧਰਮਾਂ ਬੋਲੋ, ਲੋਕਾਂ ਦੇ ਧਰਮਾਂ ਦੇ ਵਿੱਚ ਲੋਕੀ ਮਨੁੱਖ ਪਰਮੇਸ਼ਵਰ ਨੂੰ ਢੂੰਡ ਰਿਹਾ, ਲੇਕਿਨ ਇੱਥੇ ਪਰਮੇਸ਼ਵਰ ਸਾਨੂੰ ਢੂੰਡ ਰਿਹਾ। Praise God. ਜਦੋਂ ਮੈਂ ਬਾਈਬਲ ਪੜ੍ਹੀ ਤੇ ਮੈਂ ਅੰਡਰਸਟੈਂਡ ਕੀਤਾ ਤੇ ਪਰਮੇਸ਼ਵਰ ਸਾਨੂੰ ਢੂੰਡ ਰਿਹਾ। ਚਲੋ ਅਸੀਂ ਪ੍ਰੇ ਕਰ ਲਈਏ, ਕੁਇਕ ਪ੍ਰੇ ਪਰਮਾਤਮਾ ਨੂੰ। ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹਨੀ ਆ, ਇਹ ਇਸ ਤਰ੍ਹਾਂ ਨਹੀਂ ਕਿ ਮੈਂ ਆ ਕੇ ਪ੍ਰੀਚ ਕਰਕੇ ਲੈਕਚਰ ਦੇ ਕੇ ਚਲੀ ਜਾਨੀ ਆ। ਇਹ ਸਕੂਲ ਜਾਂ ਕਾਲਜ ਨਹੀਂ ਹੈ। ਇਸ ਦੇ ਪਿੱਛੇ ਮੈਂ ਬਹੁਤ ਪ੍ਰੇ ਕੀਤਾ। ਅਸੀਂ ਲੋਕਾਂ ਨੇ ਇੱਥੇ ਮੇਰੇ ਪਾਸਟਰ, ਜਿਹੜੇ ਮੇਰੇ ਸਪਿਰਿਚੁਅਲ ਪੈਰੈਂਟਸ ਪਾਸਟਰਸ ਹੈਗੇ ਆ ਦੂਸਰੇ ਕੰਟਰੀ ਵਿੱਚ ਨੇ, ਉਹਨਾਂ ਨੇ ਬਹੁਤ ਪ੍ਰੇ ਕੀਤਾ। ਮੇਰੀਆਂ ਇੱਥੇ ਫਰੈਂਡਸ ਗਰੁੱਪ, ਲੇਡੀਜ਼ ਗਰੁੱਪ, ਔਰ ਤੇ ਪਰਮੇਸ਼ਵਰ ਨੇ ਇਹ ਬਚਨ ਦਿੱਤਾ ਹੈਗਾ ਅੱਜ ਤੁਹਾਡੇ ਵਾਸਤੇ, ਇਸ ਕਲੀਸਿਆ ਵਾਸਤੇ। ਮੈਨੂੰ ਐਸਾ ਲੱਗਦਾ ਕਿ ਮੈਂ ਪੰਜਾਬ ਵਿੱਚ ਹੀ ਰਹਿ ਰਹੀ ਹਾਂ, ਬਿਕਾਜ਼ ਆਈ ਓਨਲੀ ਸੀ ਯੂ। ਮੈਂ ਜ਼ੋਨ ਵਿੱਚ ਹੈਗੀ ਆ। ਸੋ ਐਨੀਵੇ, ਲੈਟਸ ਪ੍ਰੇ। ਪਹਿਲੇ ਪ੍ਰੇ ਕਰਕੇ ਫਿਰ ਸ਼ੁਰੂ ਕਰਾਂਗੇ। ਜਿਹੜਾ ਬਚਨ ਪਰਮੇਸ਼ਵਰ ਨੇ ਦਿੱਤਾ ਬਹੁਤ ਹੀ ਅੱਛਾ ਹੈ, ਇਟਸ ਵੈਰੀ ਗੁੱਡ। Okay, let's pray. ਅੱਖਾਂ ਬੰਦ ਕਰਕੇ ਤੁਸੀਂ ਆਪਣੇ ਆਤਮਾ ਨਾਲ ਸੁਣੋ ਤੇ ਉਹਨੂੰ ਆਮੇਨ ਜ਼ਰੂਰ ਬੋਲਣਾ। ਆਮੇਨ, ਅਸੀਂ ਆਮੇਨ ਬੋਲਦੇ ਹਾਂ, ਤੁਸੀਂ ਅਮੀਨ ਬੋਲਦੇ ਹੋ, ਇਟਸ ਸੇਮ ਥਿੰਗ। ਪਿਤਾ ਜੀ, ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਇਕੱਠੇ ਹੁੰਦੇ ਹਾਂ। ਇੱਕ ਹੋਰ ਮੌਕਾ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਅਸੀਂ ਦੂਰੋਂ ਤੁਹਾਡੇ ਚਰਨਾਂ ਵਿੱਚ ਤੁਹਾਡੇ ਸ਼ਬਦ ਸੁਣਨ ਆਏ ਹਾਂ। ਪਰਮੇਸ਼ਵਰ ਦਾ ਬਚਨ ਜਿਉਂਦਾ ਤੇ ਗੁਣਕਾਰ ਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ। ਅੱਜ ਤੁਸੀਂ ਹਰ ਦਿਲ ਨੂੰ ਜਾਣਦੇ ਹੋ, ਤੁਸੀਂ ਹਰ ਦਿਲ ਨਾਲ ਗੱਲ ਕਰੋਗੇ। ਤੁਸੀਂ ਜਾਣਦੇ ਹੋ ਸਾਨੂੰ ਕੀ ਚਾਹੀਦਾ ਹੈ। ਪ੍ਰੈਸ਼ੀਅਸ ਪਵਿੱਤਰ ਆਤਮਾ, ਅਸੀਂ ਤੁਹਾਡੀ ਮੌਜੂਦਗੀ ਲਈ ਤੁਹਾਡਾ ਸਤਿਕਾਰ ਕਰਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ। हे ਪ੍ਰਭੂ, ਮੈਨੂੰ ਸਲੀਬ ਦੇ ਪਿੱਛੇ ਛੁਪਾ ਕੇ ਤੇ ਮਸੀਹ ਨੂੰ ਸਿਰਫ ਪ੍ਰਗਟ ਕਰੋ। ਕੋਈ ਵੀ ਡਿਸਟਰਕਟਿਵ ਆਤਮਾ ਇੱਥੇ ਚਰਚ ਵਿੱਚ ਜਾਂ ਇੱਥੇ ਜਾਂ ਆਨਲਾਈਨ ਤੇ, ਮੈਂ ਉਸ ਨੂੰ ਝਾੜਦੀ ਹਾਂ ਤੇ ਉਸ ਨੂੰ ਤੋੜਦੀ ਹਾਂ। ਉਹ ਸਾਡੇ ਵਿੱਚ ਨਹੀਂ ਕੋਈ ਡਿਸਟਰਕਸ਼ਨ ਲਿਆ ਸਕਦਾ, because we are covered under the blood of Jesus. We are the righteousness of God in Christ Jesus. No weapon formed against us will prosper. In Jesus' name we pray. Amen. Okay. ਤੇ ਅਸੀਂ ਬਾਈਬਲ ਲੈ ਕੇ ਆਏ, ਤੁਸੀਂ ਕੱਢੋ ਦੂਸਰਾ ਪਤਰਸ ਦਾ ਚੈਪਟਰ 1। ਦੂਸਰਾ ਪਤਰਸ ਦਾ ਚੈਪਟਰ 1 ਤੇ ਮੈਂ ਤੁਹਾਨੂੰ ਵਰਸ ਦੱਸਾਂਗੀ। ਪਹਿਲੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਇਹ ਕਿਉਂ ਹੈ। ਦੇਖੋ, ਅਸੀਂ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ। ਸਾਡੇ ਬੋਡੀ ਆਫ ਕ੍ਰਾਈਸਟ ਦੇ ਵਿੱਚ ਸਪਸ਼ਟਤਾ, ਕਲੈਰਿਟੀ ਨਹੀਂ ਹੈ। ਬੋਡੀ ਆਫ ਕ੍ਰਾਈਸਟ ਦੇ ਵਿੱਚ ਕਲੈਰਿਟੀ ਦੀ ਘਾਟ ਹੈ।
ਇਸ ਤਰ੍ਹਾਂ ਅਸੀਂ ਰੂਹਾਨੀ ਹੁੰਦੇ ਜਾਂਦੇ ਹਾਂ, ਅਸੀਂ ਬਾਈਬਲ ਪੜ੍ਹਦੇ ਹਾਂ, ਅਸੀਂ ਪਰਮੇਸ਼ਵਰ ਨਾਲ ਜੁੜਦੇ ਹਾਂ, ਅਸੀਂ ਉਸ ਨੂੰ ਇਮੀਟੇਟ ਕਰਦੇ ਹਾਂ, ਅਸੀਂ ਉਸ ਦੇ ਕਲੋਜ਼ ਜਾਂਦੇ ਹਾਂ, ਅਸੀਂ ਉਸ ਦੇ ਨਜ਼ਦੀਕ ਹੁੰਦੇ ਜਾਂਦੇ ਹਾਂ, ਅਸੀਂ ਪਰਮੇਸ਼ਵਰ ਦੀ ਕਾਪੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਕਰਦੇ ਹਾਂ। ਤੇ ਅਸੀਂ ਜਦੋਂ ਮਿਨਿਸਟਰੀ 'ਚ ਵੱਧਦੇ ਹਾਂ ਤੇ ਸਾਨੂੰ ਕਈ ਚੀਜ਼ਾਂ ਜਦੋਂ ਅਸੀਂ ਬਾਈਬਲ ਨੂੰ ਜ਼ਿਆਦਾ ਸਮਝਣਾ ਸ਼ੁਰੂ ਕਰ ਦਿੰਦੇ ਹਾਂ, ਫਿਰ ਸਾਨੂੰ ਅਸੀਂ ਡਿਫਰੈਂਟ ਪ੍ਰੀਚਿੰਗਸ ਨੂੰ ਸੁਣਦੇ ਹਾਂ ਤੇ ਸਾਨੂੰ ਕੁਐਸਚਨਸ ਉੱਠਦੇ ਨੇ, ਸਵਾਲ ਉੱਠਦੇ ਨੇ। ਸੇਮ ਜਿਸ ਤਰ੍ਹਾਂ ਸਾਨੂੰ ਸਵਾਲ ਉੱਠਦੇ ਨੇ, ਉਹ 2000 ਸਾਲ ਪਹਿਲੇ ਅਪੋਸਟਲ ਪੌਲ ਨੂੰ ਵੀ ਸੇਮ ਕੁਐਸਚਨ ਉੱਠੇ ਤੇ ਉਹਨੇ ਜਾ ਰਹੇ ਸਨ ਮੈਸੇਡੋਨੀਆ। ਤੁਹਾਡੇ ਬਾਈਬਲ ਦੇ ਵਿੱਚ ਮੈਸੇਡੋਨੀਆ ਨੂੰ ਕਿਸ ਤਰ੍ਹਾਂ ਦੱਸਿਆ ਹੋਏਗਾ ਪੰਜਾਬੀ 'ਚ, ਹੁਣੇ ਪੜ੍ਹਦੇ ਆ ਤੁਹਾਨੂੰ ਦਿਖਾਉਂਦੀ ਆ। ਮੈਸੇਡੋਨੀਆ ਸ਼ਹਿਰ ਵਿੱਚ ਉਹ ਜਾ ਰਿਹਾ ਸੀ ਤੇ ਉਹ ਟਿਮਥੀ, ਉਹਨਾਂ ਦਾ ਜਿਹੜਾ ਸਪਿਰਿਚੁਅਲ ਸਨ ਸੀ, ਟਿਮਥੀ ਨੂੰ ਐਫੈਸਸ ਵਿੱਚ ਛੋੜ ਕੇ ਗਿਆ। ਕਹਿੰਦੇ ਤੂੰ ਇੱਥੇ ਰਹਿ, ਇੱਥੇ ਕੋਈ ਗਲਤ ਗੱਲਾਂ ਹੋ ਰਹੀਆਂ, ਬੌਰਨ ਅਗੇਨ ਉਹਨਾਂ ਵਾਸਤੇ, ਮਸੀਹ ਦੇ ਬੰਦਿਆਂ ਵਾਸਤੇ ਜਿਹੜੇ ਬੌਰਨ ਅਗੇਨ ਹੈ, ਪਰਮੇਸ਼ਵਰ ਵਿੱਚ ਨੇ, ਤੇ ਜਿਹੜੀਆਂ ਤੂੰ ਉਹਨੂੰ ਜਾ ਕੇ ਰੋਕਣੀਆਂ ਨੇ। ਤੇ ਮੈਂ ਲੈਟਸ ਗੋ, ਉੱਥੇ ਤੁਸੀਂ ਉਂਗਲੀ ਰੱਖ ਦੋ ਪੀਟਰ ਤੇ, ਸੈਕੰਡ ਪੀਟਰ ਤੇ ਤੁਸੀਂ ਮੈਂ ਤੁਹਾਨੂੰ ਵਰਸ ਦਿਖਾਣੀ ਆ। ਪਹਿਲਾ ਟਿਮਥੀ ਤੇ ਪਹਿਲਾ ਚੈਪਟਰ, ਫਸਟ ਟਿਮਥੀ ਦਾ ਪਹਿਲਾ ਚੈਪਟਰ ਵਰਸ ਨੰਬਰ 3 ਤੇ 4 ਪੜਾਂਗੇ। ਪਹਿਲਾ ਤਿਮੋਥੀਉਸ ਦੀ ਪੱਤਰੀ ਪੜਾਂਗੇ, ਤਿਮੋਥੀਉਸ ਦੀ ਪਹਿਲੀ ਪੱਤਰੀ, ਉਹਦਾ ਪਹਿਲਾ ਚੈਪਟਰ, ਉਹਦੀ ਪਹਿਲੀ ਆਇਤ, ਨਹੀਂ ਕਿੰਨੀ ਆਇਤ? ਪਹਿਲੀ ਫਸਟ ਟਿਮੋਥੀ ਦਾ ਪਹਿਲਾ ਅਧਿਆਇ ਤੇ ਤੀਸਰਾ ਤੇ ਚੌਥਾ ਵਰਸ। ਕੋਈ ਪੜੇਗਾ ਮੇਰੇ ਵਾਸਤੇ? ਮੈਂ ਪੜਦਾ। ਜਿਵੇਂ ਮੈਂ ਮਕਦੂਨੀਆ ਜਾਂਦਾ ਤੈਨੂੰ ਤਾਕੀਦ ਕੀਤੀ ਸੀ ਭਈ ਤੂੰ ਅਫਸੋਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਭਈ ਤੂੰ ਕਈਆਂ ਨੂੰ ਹੁਕਮ ਕਰੀ ਜੋ ਹੋਰ ਤਰ੍ਹਾਂ ਦੀ ਸਿੱਖਿਆ ਨਾ ਦੇਣ, ਅਰ ਕਹਾਣੀਆਂ ਅਤੇ ਬੇਔਕੜ ਕਲਪ੍ਰਤੀਆਂ ਉੱਤੇ ਚਿੱਤ ਨਾ ਲਾਉਣ, ਜਿਹੜੀਆਂ ਪਰਮੇਸ਼ਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਨੇਚਾ ਉੱਤੇ ਬਣਿਆ ਹੋਇਆ ਹੈ, ਪਰ ਸਵਾਲਾਂ ਨੂੰ ਤਰੱਕੀ ਦਿੰਦੀਆਂ ਹਨ। ਚੌਥਾ ਵੀ ਪੜੋ ਅੱਗੇ। ਪਰ ਆਗਿਆ ਦਾ ਤਾਜ, ਹਾਂਜੀ ਇਹ 5th ਆ, ਪੰਜਵਾਂ। ਪਰ ਆਗਿਆ ਦਾ ਤਾਤਪਰਜ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਅੰਤਹਰਕਨ ਹੈ ਅਤੇ ਨਿਸ਼ਕਪਟ ਨੇਚਾ ਤੋਂ ਹੁੰਦਾ ਹੈ। ਯੈਸ, ਦੈਟਸ ਇਟ। ਤਾਂ ਮੈਂ ਕੀ ਕੀਤਾ ਇਸ ਨੂੰ ਹੋਰ ਅੰਡਰਸਟੈਂਡ ਕਰਨ ਵਾਸਤੇ, ਮੈਂ ਇੱਥੇ ਜਦੋਂ ਮੈਂ ਇੰਗਲਿਸ਼ ਬਾਈਬਲ ਪੜ੍ਹਦੀ ਆ, ਪੰਜਾਬੀ ਬਾਈਬਲ ਸਿਰਫ ਇੱਕੋ ਹੀ ਹੈ, ਪਰ ਮੈਂ ਇਹਨੂੰ ਕਿੰਗਸ ਜੇਮ ਵਰਜਨ ਪੜ੍ਹਦੀ ਆ, ਨਿਊ ਕਿੰਗਸ ਜੇਮ ਵਿੱਚ ਪੜ੍ਹਦੀ ਆ, NIV ਨਿਊ ਲਿਵਿੰਗ ਟ੍ਰਾਂਸਲੇਸ਼ਨ ਵਿੱਚ ਪੜ੍ਹਦੀ ਆ, ਐਮਪਲੀਫਾਈਡ ਪੜ੍ਹਦੀ ਆ, ਤੇ ਈਜ਼ੀ ਟੂ ਲਰਨ ਇੰਗਲਿਸ਼ ਬਾਈਬਲ ਪੜ੍ਹਦੀ ਆ। ਮੈਨੂੰ ਸਭ ਤੋਂ ਅੱਛਾ ਐਮਪਲੀਫਾਈਡ ਬਾਈਬਲ ਦਾ ਲੱਗਾ ਵਰਸ, ਤੇ ਮੈਂ ਉਸ ਨੂੰ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕੀਤਾ, ਮੈਂ ਤੁਹਾਨੂੰ ਅੱਛੀ ਤਰ੍ਹਾਂ ਕਲੈਰਿਟੀ ਨਾਲ ਸਮਝਾ ਸਕਾਂ। ਐਮਪਲੀਫਾਈ ਤੇ ਬੋਲਦਾ ਹੈ ਕਿ ਜਿਵੇਂ ਤੁਹਾਨੂੰ ਮੈਸੇਡੋਨੀਆ ਜਾਂਦੇ ਸਮੇਂ ਬੇਨਤੀ ਕੀਤੀ ਸੀ, ਇਹ ਅਪੋਸਟਲ ਪੌਲ ਕਹਿ ਰਹੇ ਨੇ ਕਿ ਐਫੈਸਸ ਵਿੱਚ ਤੂੰ ਰਹਿ, ਤੇ ਉੱਥੇ ਇਹ ਜਿਹੀਆਂ ਗੱਲਾਂ ਹੋ ਰਹੀਆਂ ਨੇ ਜੋ ਸੱਚ ਨਹੀਂ ਹੈ। ਦੇਖੋ ਉਦੋਂ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਸਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹਨਾਂ ਨੂੰ ਰੋਕੋ। ਤੇ ਚੌਥਾ ਵਰਸ ਬੋਲਦਾ ਅਤੇ ਨਾ ਹੀ ਉਹ ਕਥਾਵਾਂ, ਸਟੋਰੀਜ਼ ਜਿਹੜੀਆਂ ਪਪੂਲਰ ਸਟੋਰੀਜ਼ ਨੇ, ਆਥੈਂਟਿਕ ਸਟੋਰੀ ਨਹੀਂ ਹੈ, ਪਪੂਲਰ ਨੇ ਬੜੇ ਮਜ਼ੇਦਾਰ ਵਾਲੀਆਂ ਸਟੋਰੀਜ਼ ਹੈ, ਪਰ ਸੱਚੀਆਂ ਨਹੀਂ ਹੈ, ਉਹਦੀਆਂ ਗੱਲਾਂ ਹੋ ਰਹੀਆਂ ਮਿਥ ਦੀਆਂ। ਤੇ ਤੁਸੀਂ ਉਹ ਅਤੇ ਬੇਅੰਤ ਜਨਰੇਸ਼ਨਲ ਜੀਨੀਓਲੋਜੀਕਲ, ਜਿਸ ਜਿਹੜਾ ਮੈਂ ਲਾਸਟ ਟਾਈਮ ਤੁਹਾਨੂੰ ਦੱਸਿਆ ਸੀ ਕਿ ਜਨਰੇਸ਼ਨਲ ਰੂਹ ਦਾ ਸੰਬੰਧ, ਜਦੀ ਆਤਮਾ ਤੇ ਪੀੜੀ ਸਰਾਪ, ਇਹੋ ਜਿਹੀਆਂ ਗੱਲਾਂ ਹੋ ਰਹੀਆਂ ਤੇ ਬੇਕਾਰ ਇਹ ਗੱਲਾਂ ਹੈ। ਤੇ ਇਹ ਪਰਮੇਸ਼ਵਰ ਦੇ ਵੱਲ ਤੁਹਾਨੂੰ ਨਹੀਂ ਲੈ ਕੇ ਜਾਂਦਾ। ਤੁਸੀਂ ਆਲਰੇਡੀ ਬੌਰਨ ਅਗੇਨ ਹੋ ਗਏ ਹੋ, ਇਹਨਾਂ ਗੱਲਾਂ ਦੇ ਵਿੱਚ ਨਾ ਪਾਓ। ਲਾਸਟ ਟਾਈਮ ਅਗਰ ਕਿਸੇ ਨੇ ਨਹੀਂ ਸੁਣੀ ਮੈਂ ਪ੍ਰੀਚਿੰਗ,
ਤਾਂ ਤੁਸੀਂ ਰਿਕਾਰਡਡ ਹੈਗੀ ਹੈ, ਉਸਨੂੰ ਤੁਸੀਂ ਸੁਣ ਸਕਦੇ ਹੋ। ਹੀਬਰੂਜ਼ ਦਾ ਚੈਪਟਰ 6 ਇਹ ਪਹਿਲਾ ਤੇ ਦੂਸਰਾ ਵਰਸ ਤੁਸੀਂ ਜਾ ਕੇ ਕਰ ਪੜਨਾ, ਜਿਨ੍ਹਾਂ ਨੇ ਤੁਸੀਂ ਨਹੀਂ ਸੁਣਿਆ ਲਾਸਟ ਵੀਕ, ਪਰ ਜਿਨ੍ਹਾਂ ਨੇ ਸੁਣਿਆ ਆਈ ਐਮ ਟੇਕਿੰਗ ਯੂ ਅਹੈਡ, ਦੂਸਰੇ ਇਸ ਤੋਂ ਅੱਗੇ ਲੈ ਕੇ ਜਾ ਰਹੀ ਹਾਂ। ਹੁਣ ਮੈਥਿਊ ਦਾ ਇੱਕ ਚੈਪਟਰ ਮੈਥਿਊ ਚੈਪਟਰ 1 21st ਵਰਸ ਪੜਾਂਗੇ। ਇੱਥੇ ਦੂਤ ਆਇਆ ਸੀ, ਦੂਤ ਜੋਸਫ ਨੂੰ ਡ੍ਰੀਮ ਦੇ ਵਿੱਚ ਉਹਨੂੰ ਡ੍ਰੀਮ ਆਈ ਸੀ। ਜੋਸਫ ਮੈਰੀ ਦਾ ਹਸਬੈਂਡ ਹੈ, ਇਹ ਪਰਮੇਸ਼ਵਰ ਯਿਸੂ ਮਸੀਹ ਦੇ ਪੈਦਾ ਹੋਣ ਤੋਂ ਪਹਿਲੇ ਦੀ ਗੱਲ ਹੈ। ਉਹਨੂੰ ਸੁਪਨਾ ਆਇਆ ਕਿ ਕਹਿੰਦਾ 21 ਵਰਸ ਵਿੱਚ, ਕੋਈ ਪੜੇਗਾ? ਅਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯਿਸੂ ਰੱਖੀ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਮਤੀ ਦੀ ਅੰਜੀਲ 1 ਅਧਿਆਇ ਉਹਦੀ 21 ਆਇਤ। ਹਾਂ 21 ਆਇਤ, ਤੁਸੀਂ ਅਗਰ ਫੋਲੋ ਕਰ ਰਹੇ ਹੋ ਵੈਰੀ ਗੁੱਡ। ਹਾਂ ਇਹਦੇ ਵਿੱਚ ਇਹ ਕਹਿੰਦਾ ਕਿ ਯਿਸੂ ਰੱਖੀ ਉਹਦਾ ਨਾਮ, ਇੱਕ ਪੁੱਤਰ ਹੋਵੇਗਾ। ਓਕੇ, ਤੇ ਉਹ ਪਾਪਾਂ ਤੋਂ ਬਚਾਵੇਗਾ। ਅਸੀਂ ਕਹਿੰਦੇ ਆ ਬਚਾਏਗਾ, ਪਾਪਾਂ ਤੋਂ ਕਿਸ ਤਰ੍ਹਾਂ ਬਚਾਏਗਾ? ਦੇਖੋ ਜਿਹੜਾ ਸ਼ੈਤਾਨ ਹੁੰਦਾ ਹੈ ਉਹ ਇਹ ਗਲੂ ਦੀ ਤਰ੍ਹਾਂ ਸਾਡੇ ਨਾਲ ਚਿਪਕਿਆ ਹੁੰਦਾ ਹੈ, ਤੇ ਉਹ ਅਸੀਂ ਸਾਡੇ ਵਿੱਚ ਸਿਨ ਹੈ। ਇਹ ਨਹੀਂ ਕਿ ਅਸੀਂ ਗਲਤੀਆਂ ਕੀਤੀਆਂ, ਸਾਡੇ ਇਹ ਸਿਨ ਵਿੱਚ ਅਸੀਂ ਪੈਦਾ ਹੋਏ ਆ। ਐਡਮ ਦੇ ਟਾਈਮ ਤੇ ਸਾਡੇ ਵਿੱਚ ਸਿਨ ਆ ਗਿਆ, ਤੇ ਉਹ ਤੁਸੀਂ ਕੋਈ ਵੀ ਗਲਤੀ ਵੀ ਕਰੋ ਹੋਰ ਸਿਨ ਹੋਵੇ ਤਾਂ ਉਹ ਸ਼ੈਤਾਨ ਸਾਨੂੰ ਗਲੂ ਦੇ ਨਾਲ ਚਿਪਕਿਆ ਹੁੰਦਾ ਹੈ। ਸਿਨ ਜਿਹੜਾ ਉਹ ਗਲੂ ਦੀ ਤਰ੍ਹਾਂ ਹੁੰਦਾ ਹੈ। ਤੇ ਜਦੋਂ ਯਿਸੂ ਮਸੀਹ ਨੇ ਉਹ ਸਿਨ ਲੈ ਕੇ ਸਲੀਬ ਦੇ ਉੱਤੇ ਚੜ ਗਏ, ਉਹਨਾਂ ਨੇ ਸਾਡੇ ਸਾਰੇ ਪਾਪ ਉੱਥੇ ਸਲੀਬ ਵਿੱਚ ਮਰ ਗਏ ਉਹ, ਤੇ ਉਹ ਗਲੂ ਉਤਰ ਗਿਆ। ਜਦੋਂ ਉਹ ਗਲੂ ਉਤਰ ਗਿਆ ਤੇ ਅਸੀਂ ਸੈਪਰੇਟ ਹੋ ਗਏ, ਅਸੀਂ ਸ਼ੈਤਾਨ ਤੋਂ ਸੈਪਰੇਟ ਹੋ ਗਏ, ਅਸੀਂ ਵੱਖ ਹੋ ਗਏ, ਅਸੀਂ ਡਿਸਕਨੈਕਟ ਹੋ ਗਏ। ਤਾਂ ਇਹ ਜਦੋਂ ਤੁਸੀਂ ਯਿਸੂ ਮਸੀਹ, ਇਹ ਸਾਰੇ ਲੋਕੀ ਮੈਸੇਡੋਨੀਆ ਐਫੈਸਸ ਦੇ ਵਿੱਚ ਇਹਨਾਂ ਨੇ ਵੀ ਯਿਸੂ ਮਸੀਹ ਨੂੰ ਐਕਸੈਪਟ ਕਰ ਲਿਆ ਸੀ। ਇਹ ਵੀ ਨਵੀਂ ਜਨਮ ਹੋ ਗਿਆ ਸੀ ਤੇ ਬੌਰਨ ਅਗੇਨ ਹੋਏ ਸਨ। ਤੇ ਉਹ ਤਾਂ ਵੀ ਉਹ ਇੱਕ ਹੋਰ ਲੋਕੀ ਉਹਨਾਂ ਨੂੰ ਭੜਕਾ ਰਹੇ ਸਨ, ਇਹ ਰੂਹ ਦਾ ਸੰਬੰਧ ਦੀਆਂ ਗੱਲਾਂ ਕਰਕੇ, ਪੀੜੀ ਸਰਾਬ ਦੀਆਂ ਗੱਲਾਂ ਕਰਕੇ, ਜਨਰੇਸ਼ਨ ਜੀਨੀਓਲੋਜੀਕਲ। ਇਹ ਇੱਥੇ ਬਹੁਤ ਘੱਟ ਚਰਚਿਸ ਨੇ ਜਿਹਦੇ ਵਿੱਚ ਇਹ ਸਹੀ ਪੜਾਇਆ ਜਾਂਦਾ, ਸਹੀ ਟ੍ਰੇਨਿੰਗ ਮਿਲਦੀ ਹੈ। ਤੁਸੀਂ ਲੋਕ ਬਹੁਤ ਬਲੈਸ ਹੋ, ਤੁਸੀਂ ਇਸ ਚਰਚ ਵਿੱਚ ਆਉਂਦੇ ਹੋ, ਤੁਹਾਨੂੰ ਬਹੁਤ ਅੱਛੀ ਟੀਚਿੰਗ ਮਿਲਦੀ ਆਈ ਹੈ ਤੇ ਹੋਰ ਮਿਲ ਰਹੀ ਹੈ। ਤੇ ਈਵਨ ਮੇਰੀ ਬਹੁਤ ਅੱਛੀ ਫਰੈਂਡ, ਬਹੁਤ ਕਲੋਜ਼ ਫਰੈਂਡ, ਉਹ ਡਾਕਟਰ ਹੈ। ਉਹਦੇ ਮੰਮੀ ਡੈਡੀ ਉਹ ਜਨਰੇਸ਼ਨ ਤੋਂ ਮਸੀਹ ਵਿੱਚ ਸਨ। ਉਹਨੇ ਮੈਨੂੰ 2 ਹਫ਼ਤੇ ਪਹਿਲੇ ਇਨਵਾਈਟ ਕੀਤਾ ਕਿ ਕੋਈ ਇੱਕ ਬੰਦਾ ਇੰਡੀਆ ਤੋਂ, ਪਤਾ ਨਹੀਂ ਆਮ ਸੌਰੀ, ਪਾਸਟਰ ਇੰਡੀਆ ਤੋਂ ਆ ਰਿਹਾ ਹੈ, ਉਹ ਡਿਲੀਵਰੈਂਸ ਕਰੇਗਾ, ਤੁਸੀਂ ਉੱਥੇ ਆਓ। ਮੈਂ ਕਿਹਾ ਨੋ, ਅਸੀਂ ਜਦ ਯਿਸੂ ਮਸੀਹ ਦੇ ਵਿੱਚ ਹੈਗੇ ਆ ਤੇ ਅਸੀਂ ਡਿਲੀਵਰ ਹੋ ਚੁੱਕੇ ਹੋਏ ਆ। ਸਾਨੂੰ ਇਹ ਕੋਈ ਸਾਡੀ ਪੀੜੀ ਦਰ ਪੀੜੀ ਸਭ ਖਤਮ ਹੋ ਗਈ। ਅਸੀਂ ਮੰਮੀ ਦੀ ਤਰਫੋਂ ਜੋ ਵੀ ਜਨਰੇਸ਼ਨ ਹੈ, ਡੈਡੀ ਦੀ ਤਰਫੋਂ ਜੋ ਵੀ ਅਸੀਂ ਆਏ ਆ, ਉਹ ਸਾਡੇ ਤੋਂ ਕੱਟ ਗਿਆ। ਅਸੀਂ ਹੁਣ ਇੱਕ ਜਨਰੇਸ਼ਨ ਵਿੱਚ ਹੈਗੇ ਆ, ਏਬਰਾਹਿਮ ਦੀ ਜਨਰੇਸ਼ਨ ਵਿੱਚ। ਅਸੀਂ ਪਰਮੇਸ਼ਵਰ ਨੇ ਕਿਹਾ ਏਬਰਾਹਿਮ ਦੀਆਂ ਸਾਰੀਆਂ ਬਲੈਸਿੰਗਸ ਤੁਹਾਨੂੰ ਮਿਲਣਗੀਆਂ। ਸੋ ਲੈਟਸ ਰੀਡ, ਉਹਨੂੰ ਅੱਛੀ ਤਰ੍ਹਾਂ ਸਮਝ ਆ ਜਾਵੇ। ਲੈਟਸ ਰੀਡ ਗਲੇਸ਼ੀਅਨ 3:29। ਗਲਾਤੀਆਂ ਦੀ ਪੱਤਰੀ 3 ਅਧਿਆਇ 29 ਆਇਤ ਪੜਾਂਗੇ। ਗਲਾਤੀਆਂ ਦੀ ਪੱਤਰੀ 3 ਅਧਿਆਇ 29 ਆਇਤ। ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਅਬਰਾਹਮ ਦੀ ਅੰਸ਼ ਅਤੇ ਬਚਨ ਦੇ ਅਨੁਸਾਰ ਅਧਿਕਾਰੀ ਹੋ। ਦੇਖਿਆ, ਇਹ ਸਾਫ਼ ਲਿਖਿਆ ਹੋਇਆ ਬਾਈਬਲ ਦੇ ਵਿੱਚ। ਇਸ ਕਰਕੇ ਸਾਨੂੰ ਬਾਈਬਲ ਪੜ੍ਹਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਣਾ, ਕਿਉਂਕਿ ਹਰ ਚੀਜ਼ ਬਾਈਬਲ ਦੇ ਵਿੱਚ ਲਿਖੀ ਹੋਈ ਹੈ। ਤੇ ਲਿਖਿਆ ਹੋਇਆ ਕਿ ਤੁਸੀਂ ਅਗਰ ਤੁਸੀਂ ਮਸੀਹ ਵਿੱਚ ਹੋ ਤਾਂ ਤੁਸੀਂ ਏਬਰਾਹਮ ਦੀ ਅੰਸ਼ ਵਿੱਚ ਆਉਂਦੇ ਹੋ। ਬਾਕੀ ਸਾਰੇ ਜਿਹੜੇ ਕੀ ਬੋਲਦੇ ਨੇ ਵੰਸ਼ ਜਨਰੇਸ਼ਨ ਉਹ ਖਤਮ ਹੋ ਗਏ ਤੁਹਾਡੀ। ਜਿਵੇਂ ਤੁਸੀਂ ਦੇਖਿਆ ਹੋਣਾ ਨੋਆ ਸੀ, ਇੱਕ ਸਿਰਫ ਨੋਆ
ਇੱਕ ਬੰਦਾ ਸੀ ਜਿਹੜਾ ਰਾਈਚਸ ਸੀ, ਗॉड ਨੇ ਉਸ ਨੂੰ ਚੁਣਿਆ ਤੇ ਉਹਦੀ ਪਤਨੀ, ਉਹਦੇ 3 ਮੁੰਡੇ ਤੇ ਉਹ ਮੁੰਡੇ ਦੀਆਂ ਵਾਈਫ, ਉਹ 120 ਸਾਲ ਆਰਕ ਬਣਾਉਂਦਾ ਰਿਹਾ, ਸ਼ਿਪ ਬਣਾਉਂਦਾ ਰਿਹਾ। ਉਹਨੇ ਕਿਹਾ ਕਿ ਬਾੜ ਆ ਜਾਏਗੀ, ਸਾਰੇ ਮਰ ਜਾਵਾਂਗੇ, ਉਹ ਸ਼ੋਰ ਮਚਾਉਂਦਾ ਰਿਹਾ, ਕਿਸੇ ਨੇ ਉਹਦੀ ਗੱਲ ਨਹੀਂ ਸੁਣੀ। ਤੇ ਫਿਰ ਬਾਅਦ 120 ਸਾਲ ਦੇ ਬਾਅਦ, ਉਹ 120 ਸਾਲ ਦਿੱਤੇ ਗॉड ਸਾਨੂੰ ਥੋੜਾ ਟਾਈਮ ਨਹੀਂ ਦਿੰਦੇ, ਸਾਨੂੰ ਕਹਿੰਦੇ ਨੇ ਤੁਸੀਂ ਅਸੀਂ ਚੇਂਜ ਹੋ ਜਾਈਏ। ਤਾਂ ਉਹਨਾਂ ਨੇ ਦਿੱਤੀ ਇੰਨਾ ਟਾਈਮ ਦਿੱਤਾ ਤੇ ਫਿਰ ਉਹ ਬਾੜ ਆ ਗਈ, ਸਾਰੇ ਮਰ ਗਏ ਤੇ ਉਹ ਸਿਰਫ ਇੱਕ ਫੈਮਿਲੀ ਜ਼ਿੰਦਾ ਰਹੀ। ਤੇ ਜਦੋਂ ਉਹ ਨਿਕਲੇ, ਆਰਕ ਤੋਂ ਬਾਹਰ ਨਿਕਲੇ, ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਘਰ ਕਿੱਥੇ ਹੈ। They became a new creation। ਜਦੋਂ ਤੁਸੀਂ ਪਰਮੇਸ਼ਰ ਵਿੱਚ ਚਲੇ ਜਾਂਦੇ ਹੋ ਤੇ ਤੁਸੀਂ ਨਵੇਂ ਬਣ ਜਾਂਦੇ ਹੋ, ਨਵੀਂ ਰੂਹ ਬਣ ਜਾਂਦੀ ਹੈ। ਉਸੇ ਤਰ੍ਹਾਂ ਹੀ ਇਹ ਪਰਮੇਸ਼ਰ ਵਿੱਚ ਆਇਆ ਤੇ ਇਹ ਜਦੋਂ ਬਾਹਰ ਨਿਕਲਿਆ ਤੇ ਉਸ ਨੂੰ ਹੁਣ ਅਸੀਂ ਜਾਵਾਂਗੇ ਜਿਹੜਾ ਵਰਸ ਪਰਮੇਸ਼ਰ ਨੇ ਤੁਹਾਡੇ ਵਾਸਤੇ ਦਿੱਤਾ ਹੈ। ਇਹ ਮੈਂ 2 ਪੀਟਰ, ਜਿਹੜਾ ਪੀਟਰ ਅਸੀਂ ਕਰਦੇ ਸੀ ਪਹਿਲੇ, 2 ਪੀਟਰ ਦਾ ਪਹਿਲਾ ਅਧਿਆਇ ਤੇ 3 ਵਰਸ। 2 ਪਤਰਸ ਉਹਦੇ ਪਹਿਲਾ ਬਾਪ। ਤੁਸੀਂ ਕੋਈ ਪੜੇਗਾ? ਪਹਿਲੇ ਖੋਲ ਲਓ, ਸਾਰਿਆਂ ਨੂੰ ਇਹ ਜ਼ਰੂਰੀ ਖੋਲਣਾ ਹੈ। ਇਹ ਵਾਲਾ ਬਹੁਤ ਇੰਪੋਰਟੈਂਟ ਵਰਸ ਹੈ। ਉਹਦਾ ਕਿੰਨਾ ਵਚਨ ਕਹਿ ਰਹੇ ਤੁਸੀਂ? 2 ਅਧਿਆਇ, ਉਹਦਾ ਸੌਰੀ ਪਹਿਲਾ ਅਧਿਆਇ, 2 ਪੀਟਰ ਪਹਿਲਾ ਅਧਿਆਇ। ਹਾਂਜੀ, ਕਿੰਨਾ ਵਚਨ? 3 ਵਚਨ। ਹਾਂਜੀ, ਪੜ੍ਹੀਏ। ਜਦੋਂ ਉਹਦੀ ਈਸ਼ਵਰੀ ਸਮਰੱਥਾ ਨੇ ਸਭੋ ਕੁਝ ਜੋ ਜੀਵਨ ਅਤੇ ਭਗਤੀ ਨਾਲ ਵਾਸਤਾ ਰੱਖਦਾ ਹੈ, ਸਾਨੂੰ ਉਸ ਦੇ ਗਿਆਨ ਦੇ ਦੁਆਰਾ ਦਿੱਤਾ ਹੈ, ਜਿਹਨੇ ਆਪਣੀ ਹੀ ਪ੍ਰਤਾਪ ਅਤੇ ਗੁਣ ਨਾਲ ਸਾਨੂੰ ਸੱਦਿਆ, ਜਿਨ੍ਹਾਂ ਦੇ ਰਾਹੀਂ ਬਸ ਹਾਂਜੀ ਚੌਥਾ ਵੀ ਪੜ੍ਹ ਲਓ ਫਿਰ ਬਾਅਦ ਵਿੱਚ। ਓਕੇ, ਜਿਨ੍ਹਾਂ ਦੇ ਰਾਹੀਂ ਉਹਨਾਂ ਨੇ ਸਾਨੂੰ ਅਮੋਲਕ ਅਤੇ ਵੱਡੇ ਵੱਡੇ ਵਾਅਦੇ ਦਿੱਤੇ ਹਨ, ਭਈ ਤੁਸੀਂ ਉਹ ਵਿਨਾਸ਼ ਤੋਂ ਛੁੱਟ ਕੇ ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ ਅਤੇ ਉਹਨਾਂ ਦੇ ਦੁਆਰਾ ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ। ਇਹ ਬਹੁਤ ਇੰਪੋਰਟੈਂਟ ਵਰਸ ਹੈ। ਵੀ ਆਰ ਗੋਇੰਗ ਟੂ ਸਪੈਂਡ ਸਮ ਟਾਈਮ ਇਹਨੂੰ ਡਾਇਸੈਕਟ ਕਰਕੇ ਇਸ ਨੂੰ ਅਸੀਂ ਅੰਡਰਸਟੈਂਡ ਕਰਾਂਗੇ। ਲੈਟਸ ਰੀਡ ਅਗੇਨ ਵਰਸ ਨੰਬਰ 3 ਨੂੰ। ਓਕੇ, ਜਦੋਂ ਉਹ ਕੌਣ? ਯਿਸੂ ਮਸੀਹ, ਜਦੋਂ ਉਹ ਦੀ ਈਸ਼ਵਰੀय ਸਮਰੱਥਾ, ਈਸ਼ਵਰੀय ਸਮਰੱਥਾ ਦਾ ਮਤਲਬ ਹੈ ਡਿਵਾਈਨ ਪਾਵਰ, ਓਕੇ, ਨੇ ਸਭੋ ਕੁਝ ਦਾ ਮਤਲਬ ਸਾਰਾ ਕੁਝ परमेश्वर ने सानू ईश्वरीय समर्था सब कुछ ना 50% नहीं 100% सब कुछ एवरीथिंग जो जीवन दे भक्ति नाल। अगला वर्ड दे वर्ड एक वर्ड बाय वर्ड असी अंडरस्टैंड करांगे। तुसी बाइबल विच देखो जीवन अते भक्ति दा मतलब है तुहाडे लाइफ डिवोशनल लाइफ वास्ते, ਤੁਹਾਡੀ ਗॉडली ਲਾਈਫ ਵਾਸਤੇ ਅਗਲਾ ਨਾਲ ਵਾਸਤਾ ਰੱਖਦਾ ਹੈ। ਸਾਨੂੰ ਸਾਰਿਆਂ ਨੂੰ ਉਸ ਦੇ ਗਿਆਨ ਦਾ ਉਧਾਰ ਦਿੱਤਾ ਹੈ। ਉਹਨੇ ਆਪਣੀ ਗਿਆਨ ਦਾ, ਸਾਡੇ ਗਿਆਨ ਦਾ ਨਹੀਂ, ਉਹਨਾਂ ਦੇ ਗਿਆਨ ਨਾਲ। ਸਾਡੇ ਤੇ ਅਕਲ ਕੁਝ ਵੀ ਨਹੀਂ ਹੈ ਨਾ। ਅਸੀਂ ਜਿੰਨਾ ਅਸੀਂ ਪਰਮੇਸ਼ਰ ਤੋਂ ਮੰਗਦੇ ਕਿ ਸਾਨੂੰ ਵਿਜ਼ਡਮ ਦਿਓ, ਉਸ ਪਰਮੇਸ਼ਵਰ ਨੇ ਉਸ ਦੇ ਗਿਆਨ ਦੁਆਰਾ ਸਾਨੂੰ ਦਿੱਤਾ ਹੈ। ਅਸੀਂ ਮੰਗਿਆ ਸੀ? ਨਹੀਂ, ਅਸੀਂ ਨਹੀਂ ਮੰਗਿਆ, ਪਰਮੇਸ਼ਵਰ ਨੇ ਆਪੇ ਹੀ ਦਿੱਤਾ। ਜਦੋਂ ਤੁਸੀਂ ਬੌਰਨ ਅਗੇਨ ਹੋ ਜਾਂਦੇ ਹੋ, ਬਲੀਵ ਕਰਦੇ ਹੋ, ਬੈਪਟਾਈਜ਼ਡ ਹੋ ਜਾਂਦੇ, ਤੁਸੀਂ ਪਰਮੇਸ਼ਵਰ ਦੇ ਬੱਚੇ ਹੋ ਜਾਂਦੇ, ਇਹ ਤੁਹਾਨੂੰ ਗਿਫਟ ਮਿਲਦੀ ਹੈ, ਫ੍ਰੀ ਦੀ ਗਿਫਟ ਹੈ। ਦੁਬਾਰਾ ਪੜੋ ਇਸ ਨੂੰ, ਤੁਸੀਂ ਕਨਸੈਂਟਰੇਟ ਕਰੋ, ਤੁਸੀਂ ਬਾਈਬਲ ਦੇ ਵਿੱਚ ਦੇਖੋ, ਮੈਂ ਬੋਲਾਂਗੀ ਤੁਸੀਂ ਦੇਖੋ। ਇੱਕ ਦੁਬਾਰਾ ਇਹ ਬਹੁਤ ਸਮਝ ਆਣਾ ਚਾਹੀਦਾ। ਜਦੋਂ ਉਹ ਪਰਮੇਸ਼ਵਰ ਯਿਸੂ ਮਸੀਹ ਈਸ਼ਵਰੀय ਸਮਰੱਥਾ, डिवाइन पावर
मैं इंग्लिश ਵਿੱਚ बोल रही ਹਾਂ कि ਤੁਹਾਨੂੰ समझ आए, पर ईश्वरीय समर्था ਤੁਹਾਨੂੰ पता ही होएगा ਕੀ ਹੁੰਦਾ है। परमेश्वर की ईश्वर समर्था ने सब कुछ everything all जो जीवन ਦੇ भक्ति वास्ते, डिवोशन वास्ते, सानू भक्ति वास्ते जो वास्ता रखता है, belong to the life, सानू okay, and ज्ञान दे द्वारा through the knowledge of him दिता है, सानू दे दिता है। फिर बोलता है अपने ही प्रताप के गुण नाल सानू सद्या, उन्होंने नहीं, परमेश्वर ने सानू सद्या, उन्होंने ग्लोरी ते वर्चू नाल सानू सद्या। हुण इहनू मैं ईजी वर्जन विच तुहानू एक बारी फिर पंजाबी च पढ़ के दसदी हां, तुसीं हुण सुनो, हुण देखना नहीं बाइबल नू, पहले बाइबल देख लिया। यीशु मसीह परमेश्वर है, पता है तुहानू सारिआं नू, ते यीशु को परमेश्वर की शक्ति है ना, उसकी शक्ति के अनुसार, उन्होंने शक्ति के अनुसार वो सब कुछ दिता है जिसकी सानू परमेश्वर की समर्पित जीवन जीवन लई लोड़ है। साडे कोल वो चीज़ां हन क्योंकि असी उसनू जानते हाँ, यीशु दे ने सानू अपनी महिमा ते चंगियाई द्वारा चुनिया है ना। फिर चौथा वर्स बोलता है जिस द्वारा उसने सानू वो बहुत महान ते अमीर तोहफे भी दिते जिन्हां दा उसने साडे नाल वायदा कीता सी। उन्हां तोहफियां नाल तुसी परमात्मा वर्गे बनन दा हिस्सा ले सकदे हो, परमात्मा दे वंगर बन जाओगे, तुसी परमात्मा वंगर दे बन सकते हो। जिस तरह लास्ट टीचिंग में मैं दसिया सी, इमिटेट गॉड, तुसी कॉपी करो, परमेश्वर दी असी कॉपी करनी है, ओके। अते इस तरह तुसी उस बर्बादी तो बच जाओगे जो संसार के लोगों विच हो रहा है, ओके। ते उन्हां नूं अच्छा लगता है वो चीज़ां, असी कितनी बारी उन्हां नूं दसदे हां कि तुसी यीशु मसीह नूं जानदे हो ते वो जानना ही नहीं चाहते, ओके। ये जिहड़ी डिवाइन पावर है वो ईश्वरीय समर्था दे नाल सानू मिलदी है, विजडम, नॉलेज ते अंडरस्टैंडिंग। ते कोई पास्टर तुहानू नहीं दे सकदा, या कोई अनॉइंटेड पर्सन नहीं तुहानू दे सकदा, या तुसी कहंदे हो असी तां ये ईश्वरीय समर्था असी ले लेना, मैं ते बहुत इंटैलीजेंट बंदा वां ते मैं स्कूल जाना वां ते मैं उत्थे बहुत पढ़ाई करांगा ते बीए, बीएससी, एमएससी, पीएचडी सारे कर लो, ਉਹ ਸਾਰੇ ਤੁਸੀਂ ਕਰਨ ਤੋਂ ਬਾਅਦ ਸਰਟੀਫਿਕੇਟ ਦੀਵਾਰਾਂ ਦੇ ਉੱਤੇ ਲੱਗ ਜਾਂਦੇ ਆ। ਲੇਕਿਨ ਈਸ਼ਵਰੀय ਸਮਰਥਾ ਸਾਨੂੰ ਡਿਵਾਈਨ ਪਾਵਰ ਚਾਹੀਦੀ ਹੈ, ਜੋ ਸਾਨੂੰ ਅਸਲੀ ਵਿੱਚ ਜੋ ਗਿਆਨ ਸਾਨੂੰ ਮਿਲਣਾ ਚਾਹੀਦਾ ਉਹ ਸਿਰਫ ਪਰਮੇਸ਼ਵਰ ਹੀ ਦੇ ਸਕਦਾ ਤੇ ਉਹ ਬ੍ਰਹਮ ਸ਼ਕਤੀ ਦੇ ਦੁਆਰਾ। ਹੁਣ ਇੱਕ ਸਾਨੂੰ ਧਰਮੀ ਜੀਵਨ ਬਤੀਤ ਅਸੀਂ ਕਹਿੰਦੇ ਆ, कोई ये नहीं कह सकता कि मैं धर्मी जीवन बतीत करना चाहता सी ते मैनू मौका नहीं मिलिया, नहीं। परमेश्वर ने सारियां नू जदों तुसी बॉर्न अगेन हुंदे हो तुहानू वो सारा कुछ दे दिता। तुसी ये नहीं कह सकते कि मैनू तबला नहीं बजाना आंदा, मैं पास्टर की तरह ते मैं चर्च नहीं जाना, या मैनू मेरे को सूट नहीं हैगा, या जुत्ती नहीं हैगी, या मेरे को कार नहीं हैगी, मैं उत्थे पहुंच नहीं सकता चर्च, मैं तो कोई बहाना नहीं चलेगा। तुहानू परमेश्वर ने सारा कुछ देता, बाइबल कहती है हर चीज तुहानू दे दिता। हुण फिर तुसी ये कहंदे हो कि मैं जदों पास्टर जी जदों मैं चर्च आना वा ते मैं बड़ा उत्साह हुन्ना वा, मैनू चर्च आके बहुत अच्छा लगता है। लेकिन तुहानू भी सेम होली स्पिरिट मिली हुई है जिहड़ी पास्टर कोल है, तुसी घर बैठ के भी वर्शिप कर सकते हो, पर बाइबल पढ़ सकते हो। पर मैं ये नहीं कहती कि घर बैठ के करो, क्योंकि तुसी चर्च आना इस करके जरूरी है कि चर्च में सारे लोगों को डिफरेंट गिफ्ट्स होंगे, परमेश्वर ने सारियां नू डिफरेंट गिफ्ट दिते हैं ते वो सारे गिफ्ट्स मिल के तुहानू हैवी अनॉइंटिंग मिलती है। तुसी जदों चर्च आके तुसी फील किया होएगा, जिस दिन भी तुसी चर्च आंदे हो ते घर जांदे हो तो तुसी बड़ा हल्का फील करते हो, बहुत अच्छा लगता है तुहानू। तुसी
ਜਿਸ ਬੜਾ ਸੈਟੀਸਫੈਕਸ਼ਨ ਮਿਲਦੀ ਹੈ। ਮੈਂ ਇੰਗਲਿਸ਼ ਵਿੱਚ ਹੀ ਤੁਹਾਨੂੰ ਵਰਡ ਦੱਸ ਸਕਦੀ ਹਾਂ। ਕੌਨਸ਼ੀਅਸ ਤੁਹਾਡੀ ਬਹੁਤ ਹੈਪੀ ਹੁੰਦੀ ਹੈ ਇਨਸਾਈਡ। ਉਹ ਜਿਹੜੀ ਹੈਪੀਨੈਸ ਐਂਡ ਜੋਏ ਪਰਮੇਸ਼ਵਰ ਦੇ ਵੱਲੋਂ ਮਿਲਦੀ ਹੈ, ਤੁਸੀਂ ਉਸਨੂੰ ਖਰੀਦ ਨਹੀਂ ਸਕਦੇ ਉਹਦਾ। ਅੱਛਾ, ਫਿਰ ਓਕੇ ਦੈਨ ਇੱਕ ਮੈਂ ਦੱਸਣਾ ਚਾਹੁੰਦੀ, ਇੱਕ ਇੱਥੇ ਕਪਲ ਹੈਗਾ, 2 ਮਹੀਨੇ ਹੋਏ ਮੈਂ ਉਹਨਾਂ ਦੇ ਘਰ, ਥੋੜੀ ਦੇਰ ਪਹਿਲੇ 6 ਮਹੀਨੇ ਹੋਏ ਉਹਨਾਂ ਦੇ ਘਰ ਮੈਂ ਗਈ, ਔਰ ਮੈਂ ਤੇ ਆਪਣੇ ਯਿਸੂ ਮਸੀਹ ਦੀ ਗੱਲ ਕਰਨ ਗਈ ਸੀ ਤੇ ਉਹ ਹਸਬੈਂਡ ਵਾਈਫ ਦੋਨੋਂ ਬੈਠੇ। ਉਹਨਾਂ ਨੇ ਮੈਨੂੰ ਬਹੁਤ ਸ਼ੋਅ ਕੀਤਾ। ਉਹ ਹਸਬੈਂਡ ਬਹੁਤ ਪੜ੍ਹਿਆ ਲਿਖਿਆ, ਉਹਨੇ ਆਪਣੀਆਂ ਕਿਤਾਬਾਂ ਵੀ ਲਿਖੀਆਂ ਹੋਈਆਂ ਤੇ ਉਹਨੇ ਪੂਰੀ ਆਪਣੀ ਦਿਖਾਈ ਲਾਇਬ੍ਰੇਰੀ ਬਣਾਈ ਹੋਈ। ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਸਿਆਣਾ ਸਮਝਦਾ ਸੀ ਕਿ ਉਹਦੇ ਅੱਗੇ ਕੋਈ ਹੈ ਹੀ ਨਹੀਂ। ਸੋ ਮੈਂ ਸੁਣਦੀ ਰਹੀ। ਅਸੀਂ ਲੋਕ ਜਦੋਂ ਜਾਂਦੇ ਹਾਂ ਬੜੇ ਨਰਮਾਈ ਨਾਲ ਜਾਂਦੇ ਹਾਂ, ਹੰਬਲ ਤਰੀਕੇ ਨਾਲ, ਕਿਉਂਕਿ ਪਰਮੇਸ਼ਵਰ ਦੀ ਗੱਲ ਕਰਨ ਜਾਂਦੇ ਹਾਂ। ਅਸੀਂ ਪਰਮੇਸ਼ਵਰ ਦੇ ਦੂਤ ਹੁੰਦੇ ਹਾਂ, ਜਿਸ ਤਰ੍ਹਾਂ ਅਸੀਂ ਸਿੱਖਿਆ ਲਾਸਟ ਟਾਈਮ। ਤੇ ਉਹਨੇ ਆਪਣਾ ਸਾਰਾ ਦੱਸਦਾ, ਉਹਦੀ ਵਾਈਫ ਨੇ ਵੀ ਬਹੁਤ ਉਹਦੇ ਨਾਲ ਦੱਸਿਆ। ਫਿਰ ਉਸਨੇ ਜਦੋਂ ਉਹਨੇ ਆਪਣੀ ਕਿਤਾਬ ਵੀ ਜਿਹੜੀ ਉਹਨੇ ਲਿਖੀ ਉਹ ਮੈਨੂੰ ਦਿੱਤੀ ਕਾਪੀ। ਤੇ ਬਾਅਦ ਵਿੱਚ ਜਦੋਂ ਉਹ ਸਾਰਾ ਕੁਝ ਕਹਿ ਕੇ ਛੱਡ ਹੋ ਗਿਆ ਖਤਮ, ਤੇ ਫਿਰ ਮੈਂ ਜਦੋਂ ਬੋਲੀ, ਮੈਂ ਜਦੋਂ ਮੂੰਹ ਖੋਲਿਆ, ਮੇਰਾ ਮੂੰਹ ਨਹੀਂ ਸੀ, ਉਹ ਹੋਲੀ ਸਪਿਰਿਟ ਬੋਲ ਰਹੀ ਸੀ। ਤੇ ਜਦੋਂ ਮੇਰੀ ਗੱਲ ਸੁਣੀ, ਮੈਂ ਉਹਨੂੰ 4 ਕੁਐਸਚਨ ਪੁੱਛੇ। ਮੈਂ ਉਹ ਕੁਐਸਚਨ ਚਾਹੁੰਦੀ ਹਾਂ ਕਿ ਤੁਹਾਡੇ ਲੋਕਾਂ ਨੂੰ ਵੀ ਪਤਾ ਹੋਵੇ, ਜਦੋਂ ਤੁਸੀਂ ਕਿੱਥੇ ਜਾਓ ਤੁਸੀਂ ਕਿਸੇ ਨੂੰ ਪੁੱਛ ਸਕੋ ਇਹ ਕੁਐਸਚਨ। ਇਹ ਅਗਲੀ ਵਾਰੀ ਮੈਂ ਤੁਹਾਨੂੰ ਦੱਸਾਂਗੀ, ਵੀ ਪੂਰਾ ਕਾਫੀ ਲੰਬਾ ਹੈਗਾ ਉਹਦੇ ਬਾਰੇ। ਤੇ ਜਦੋਂ ਮੈਂ ਉਹ ਕੁਐਸਚਨ ਪੁੱਛਿਆ ਤੇ ਉਹਦਾ ਆਨਸਰ ਤਾਂ, ਫਿਰ ਮੈਂ ਜਦੋਂ ਉਹਨੇ ਮੇਰੀ ਗੱਲ ਸੁਣੀ, ਮੇਰੀ ਗੱਲ ਨਹੀਂ ਸੀ, ਉਹ ਯਿਸੂ ਹੋਲੀ ਸਪਿਰਿਟ ਬੋਲ ਰਹੀ ਸੀ, ਪਵਿੱਤਰ ਆਤਮਾ ਮੇਰੇ ਵਿੱਚੋਂ ਬੋਲ ਰਹੀ ਸੀ। ਤੇ ਉਹਨੇ ਮੈਨੂੰ ਕਹਿਣਾ ਸ਼ੁਰੂ ਕਰਤਾ, ਉਹ ਤੁਸੀਂ ਮੇਰੇ ਮੰਮਾ ਹੋ, ਤੁਸੀਂ ਮੇਰੀ ਮਾਂ ਹੋ, ਹੈਨਾ। ਸੋ ਉਹਨੂੰ ਅੱਛਾ ਲੱਗਾ ਕਿ ਮੈਨੂੰ ਇਹ ਅੱਛਾ ਲੱਗਾ ਕਿ ਉਹ ਪਰਮੇਸ਼ਵਰ ਨੇ ਉਸ ਨਾਲ ਗੱਲ ਕੀਤੀ। ਯਿਸੂ ਮਸੀਹ ਤੇ ਅਜੇ ਉਹਨੇ ਐਕਸੈਪਟ ਕੀਤਾ, ਮੈਨੂੰ ਖੁਸ਼ ਕਰਨ ਵਾਸਤੇ ਕਰ ਦਿੱਤਾ, ਲੇਕਿਨ ਉਹ ਅੱਗੇ ਪ੍ਰੇ ਕਰ ਰਹੀ ਹੈ ਕਿ ਅੱਗੇ ਚੱਲੇ। ਓਕੇ, ਫਿਰ ਲੈਟਸ ਦੁਬਾਰਾ ਤੋਂ ਰੀਡ ਕਰਦੇ ਹਾਂ ਕਿ ਆਪਣੀ ਬ੍ਰਹਮ ਸ਼ਕਤੀ ਦੁਆਰਾ ਪਰਮਾਤਮਾ ਨੇ ਸਾਨੂੰ ਉਹ ਸਭ ਕੁਝ ਦੇ ਦਿੱਤਾ ਜੋ ਸਾਨੂੰ ਆਪਣੇ ਧਰਮੀ ਜੀਵਨ ਲਈ ਲੋੜ ਹੈ। ਇੰਨਾ ਵੀ ਕਿ ਸਾਨੂੰ ਵਿਲ ਵੀ ਦਿੱਤੀ। ਕਈ ਵਾਰੀ ਦਿਲ ਨਹੀਂ ਕਰਦਾ ਨਾ ਚਰਚ ਆਉਣ ਦੇ ਜਾਂ ਬਾਈਬਲ ਖੋਲਣ ਦੇ, ਤੁਹਾਨੂੰ ਵਿਲ ਦਿੱਤੀ ਹੈ, ਸਿਰਫ ਕਰਨਾ ਤੁਸੀਂ ਆਪੇ ਹੈ, ਤੁਸੀਂ ਆਪਣੇ ਹੱਥਾਂ ਨਾਲ ਖੋਲਿਆ, ਪਰ ਤੁਹਾਡੇ ਦਿਲ ਵਿੱਚ ਇੱਛਾ ਆਉਂਦੀ ਹੈ, ਤੁਹਾਨੂੰ ਹੰਗਰੀ, ਜਿਸ ਤਰ੍ਹਾਂ ਖਾਣੇ ਦੀ ਭੁੱਖ ਲੱਗਦੀ ਹੈ, ਤੁਹਾਨੂੰ ਇਹ ਸਕ੍ਰਿਪਚਰਸ ਦੀ ਭੁੱਖ ਲੱਗਦੀ ਹੈ ਨਾ, ਕਿ ਵੀ ਮੈਂ ਇਹ ਪੜਾਂ ਕਿ ਮੈਥਿਊ ਨੇ ਕੀ ਲਿਖਿਆ ਸੀ, ਮਾਰਕ ਨੇ ਕੀ ਲਿਖਿਆ ਸੀ, ਪਾਸਟਰ ਪੌਲ ਨੇ ਕੀ ਲਿਖਿਆ ਸੀ। ਤਾਂ ਹਰ ਕੋਈ ਜੋ ਬਚਾਇਆ ਜਾਂਦਾ ਹੈ ਉਸਨੂੰ ਪਵਿੱਤਰ ਆਤਮਾ ਮਿਲਦੀ ਹੈ, ਪਵਿੱਤਰ ਆਤਮਾ ਤੁਹਾਡੇ ਅੰਦਰ ਕੰਮ ਕਰਦੀ ਹੈ। ਸਭ ਤੋਂ ਤੁਹਾਨੂੰ ਵਿਲ ਤੇ ਸ਼ਕਤੀ, ਤੁਹਾਨੂੰ ਵਿਲ ਇੱਛਾ ਮਿਲਦੀ ਹੈ ਤੇ ਸ਼ਕਤੀ ਮਿਲਦੀ ਹੈ। ਓਕੇ, ਸਭ ਤੋਂ ਵੱਡਾ ਐਗਜ਼ਾਮਪਲ ਇਹ ਹੈ ਕਿ ਮੈਂ ਪੰਜਾਬੀ ਨਹੀਂ ਜਾਣਦੀ ਸੀ ਤੇ ਮੈਂ ਪੰਜਾਬੀ ਸਿੱਖਣੀ ਸ਼ੁਰੂ ਕੀਤੀ। ਮੇਰੇ ਕੋਲ ਇੱਥੇ ਇੱਕ ਵੀ ਬੰਦਾ ਨਹੀਂ ਹੈ ਅਮਰੀਕਾ ਦੇ ਵਿੱਚ ਜੋ ਮੈਨੂੰ ਥੋੜਾ ਮੀਨਿੰਗ ਵੀ ਦੱਸ ਸਕੇ। ਮੈਂ ਹੋਲੀ ਸਪਿਰਿਟ ਨੂੰ ਪ੍ਰੇ ਕਰਦੀ ਹਾਂ, ਪਰਮੇਸ਼ਵਰ ਇਹਦਾ ਮਤਲਬ ਮੈਨੂੰ ਸਮਝਾਓ, ਤੇ ਮੈਨੂੰ ਉਸ ਦਾ ਮਤਲਬ ਮਿਲ ਜਾਂਦਾ ਹੈ। ਤੇ it's a very beautiful thing। ਤੁਸੀਂ ਜਿੰਨਾ ਵੀ ਤੁਸੀਂ ਪਰਮੇਸ਼ਵਰ ਨਾਲ ਜੁੜੋਗੇ ਜ਼ਿਆਦਾ, ਤੁਹਾਨੂੰ ਉਨਾ ਹੀ ਆਨੰਦ ਆਏਗਾ, ਉਨਾ ਹੀ ਤੁਸੀਂ ਹੋਰ ਸਪਿਰਿਚੁਅਲੀ ਸਟਰੋਂਗ ਹੋਵੋਗੇ। ਓਕੇ, ਰੋਮਨਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਬੁੱਕ ਦੇ ਵਿੱਚ ਕਿ ਇਹ ਪਰਮੇਸ਼ਵਰ ਦੀ ਕ੍ਰੀਏਸ਼ਨ ਹੈ। ਤੁਸੀਂ ਪਹਾੜ ਤੇ ਸਮੁੰਦਰ, ਜਾਨਵਰ, ਇਹ ਸਾਰੀ ਦੁਨੀਆ ਜਦੋਂ ਘੁੰਮਦੇ ਹੋ ਦੇਖਦੇ ਹੋ ਕਿੰਨਾ ਸੋਹਣਾ ਪਰਮੇਸ਼ਵਰ ਨੇ ਬਣਾਇਆ ਹੈ। ਉਹ ਸਾਰੀ ਕ੍ਰੀਏਸ਼ਨ ਪਰਮੇਸ਼ਵਰ ਦੀ ਹੈ। ਅਸੀਂ ਪਰਮੇਸ਼ਵਰ ਦੀ ਧਰਤੀ ਦੇ ਘਰ ਅਸੀਂ ਚੱਲ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਇਸ ਬਿਲਡਿੰਗ 'ਚ ਬੈਠੇ ਹੋ ਹੁਣ, ਤੇ ਤੁਹਾਨੂੰ ਪਤਾ ਹੈ ਬਿਲਡਿੰਗ ਦਾ ਮਾਲਕ ਕੌਣ ਹੈ, ਹਨਾ। ਤੇ ਉਸੇ ਤਰ੍ਹਾਂ ਹੀ ਇਹ ਪਰਮੇਸ਼ਵਰ ਨੇ, ਇਹ ਧਰਤੀ ਦਾ ਮਾਲਕ ਪਰਮੇਸ਼ਵਰ ਹੈ। ਅਸੀਂ ਉਹਨਾਂ ਦੀ ਕ੍ਰੀਏਸ਼ਨ ਦੇ ਵਿੱਚ ਚੱਲਦੇ ਹਾਂ ਤੇ ਕੋਈ ਐਕਸਕਿਊਜ਼ ਨਹੀਂ ਹੈ, ਕੋਈ ਅਸੀਂ ਬਹਾਨੇ ਨਹੀਂ ਮਾਰ ਸਕਦੇ ਕਿਉਂ ਅਸੀਂ ਚਰਚ ਨਹੀਂ ਆ ਸਕਦੇ। ਜਿਸ ਤਰ੍ਹਾਂ ਐਡਮ ਸੀ, ਐਡਮ ਜੀ ਜਿਹੜੇ ਸਭ ਤੋਂ ਪਹਿਲੇ ਜੰਮੇ ਸਨ ਇਸ ਦੁਨੀਆ ਵਿੱਚ, ਤੁਸੀਂ ਹਿੰਦੀ ਵਿੱਚ ਕੀ ਬੋਲਦੇ ਹੋ?
ਐਡਮ ਬੋਲਦੇ ਹੋ, ਐਡਮ ਹੀ ਬੋਲਦੇ ਹੋ? ਆਦਮ ਆਦਮ ਹਾਂ, ਆਦਮ ਨੂੰ ਪੁੱਛਿਆ ਵੀ ਤੂੰ ਫਲ ਕਿਉਂ ਖਾਦਾ? ਕਹਿੰਦੇ ਮੈਨੂੰ ਉਹ ਮੇਰੀ ਵਾਈਫ ਨੇ ਖਿਲਾਤਾ, ਲੇਡੀ ਨੇ ਖਿਲਾਇਆ। ਤੇ ਲੇਡੀ ਨੂੰ ਪੁੱਛਿਆ ਕਿ ਤੂੰ ਕਿਉਂ ਖਾਦਾ? ਤੇ ਉਹ ਕਹਿੰਦੇ ਮੈਨੂੰ ਸੱਪ ਨੇ ਖਵਾਇਆ। ਤੇ ਸੱਪ ਨੂੰ ਪੁੱਛਿਆ ਤੇ ਕਹਿੰਦੇ ਸੱਪ ਨੇ ਬੋਲਿਆ ਮੈਨੂੰ, ਮੈਂ ਤੇ ਉਹ ਲੇਡੀ ਨੂੰ ਕਿਹਾ ਸੀ ਤੇ ਉਹ ਆਪੇ ਖਾ ਗਈ। ਤੇ ਉਹ ਲੇਡੀ ਆਦਮੀ ਲੇਡੀ ਨੂੰ ਐਸਾ ਬਲੇਮ ਕਰਦੇ। ਆਦਮੀ ਕਹਿੰਦਾ ਮੈਨੂੰ ਤੂੰ ਪਰਮੇਸ਼ਵਰ ਨੂੰ ਬਲੇਮ ਕਰ ਰਿਹਾ। ਉਹ ਕਹਿੰਦਾ ਕਿ ਤੁਸੀਂ ਮੈਨੂੰ ਇਹ ਔਰਤ ਦਿੱਤੀ ਸੀ, ਉਹਨੇ ਮੈਨੂੰ ਖਿਲਵਾਇਆ। ਤਾਂ ਸੋ ਇੱਕ ਦੂਸਰੇ ਨੂੰ ਅਸੀਂ ਬਲੇਮ ਨਹੀਂ ਕਰਨਾ, ਹੁਣ ਅਸੀਂ ਰਿਸਪੌਂਸਿਬਿਲਿਟੀ ਲੈਣੀ ਹੈ। ਓਕੇ, ਚਰਚ ਆਉਣ ਵਾਸਤੇ ਇਹ ਸਾਡੀ ਜ਼ਿੰਮੇਵਾਰੀ ਅਸੀਂ ਆਪੇ ਹੀ ਲੈਣੀ ਹੈ। ਤੇ ਹੁਣ ਜੋ ਵੀ ਐਵਰੀਥਿੰਗ, ਜੋ ਵੀ ਸਾਨੂੰ ਆਪਣੀ ਗੋਡਲੀ ਲਾਈਫ ਵਾਸਤੇ ਚਾਹੀਦਾ ਉਹ ਸਾਰਾ ਪਰਮੇਸ਼ਵਰ ਨੇ ਸਾਨੂੰ ਦੇ ਦਿੱਤਾ। ਤੇ ਜਿਸ ਤਰ੍ਹਾਂ ਮੈਰੀ ਨੇ, ਮੈਰੀ ਤੁਸੀਂ ਜਾਣਦੇ ਹੋ ਪਰਮੇਸ਼ਵਰ ਨੂੰ, ਯਿਸੂ ਮਸੀਹ ਨੂੰ ਜਿਨ੍ਹਾਂ ਨੇ ਬਰਥ ਦਿੱਤਾ, ਮੈਰੀ ਨੇ ਐਂਜਲ ਨੂੰ ਪੁੱਛਿਆ, ਦੂਤ ਨੂੰ ਪੁੱਛਿਆ ਕਿ ਮੈਂ ਮੈਂ ਪੁਰਸ਼ ਨੂੰ ਨਹੀਂ ਜਾਣਦੀ। ਤੇ ਦੂਤ ਨੇ ਕਿਹਾ ਪਵਿੱਤਰ ਆਤਮਾ ਤੇਰੇ ਉੱਪਰ ਆਏਗੀ, ਉਹ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਹੋਲੀ ਹੋਏਗਾ, ਜੇ ਪਵਿੱਤਰ ਹੋਏਗਾ ਤੇ ਉਹ ਪਰਮੇਸ਼ਵਰ ਦਾ ਪੁੱਤਰ ਕਹਿਲਾਵੇਗਾ। ਤੇ ਦੂਤ ਮੈਰੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਮਨੁੱਖ ਦੇ ਬਾਰੇ ਨਹੀਂ ਹੈ, ਇਹ ਆਦਮੀ ਸ਼ਾਮਿਲ ਨਹੀਂ ਹੈ, ਉਹ ਮਨੁੱਖ ਦੀ ਸਿਆਣਪ ਨਹੀਂ ਹੈ, ਇਹ ਮਨੁੱਖ ਦਾ ਗਿਆਨ ਨਹੀਂ ਹੈ। ਇਹ ਆਦਮੀ ਕਿਵੇਂ ਜਾਣ ਸਕਦਾ ਹੈ ਕਿ ਇਹ ਬ੍ਰਹਮ ਸ਼ਕਤੀ ਦੇ ਦੁਆਰਾ ਸਾਰਾ ਕੁਝ ਹੋਇਆ ਹੈ? ਆਦਮੀ ਬਿਲਕੁਲ ਇਹ ਜਾਣ ਨਹੀਂ ਸਕਦਾ। ਮੈਰੀ ਤੇ ਮਨੁੱਖਤਾ ਤੋਂ ਇਹ ਜ਼ਿੰਮੇਵਾਰੀ ਐਂਜਲ ਨੇ ਲੈ ਲਈ। ਹੁਣ ਉਸ ਟਾਈਮ ਅਸੀਂ ਇਮੇਜਿਨ ਕਰ ਸਕਦੇ ਹਾਂ ਕਿ ਮੈਰੀ ਕੁਵਾਰੀ ਸੀ, ਛੋਟੀ ਜੀ ਕੁੜੀ ਸੀ, ਤੇ ਉਹਨੂੰ ਦੁਨੀਆ ਦਾ ਵੀ ਡਰ ਸੀ ਕਿ ਉਹ ਪ੍ਰੈਗਨੈਂਟ ਕਿਸ ਤਰ੍ਹਾਂ ਹੋ ਗਈ, ਸ਼ਾਦੀ ਨਹੀਂ ਹੋਈ ਉਹਦੀ। ਉਹ ਸਾਰੀ ਜ਼ਿੰਮੇਵਾਰੀ ਉਹ ਪਰਮੇਸ਼ਵਰ ਨੇ ਲਿਆ। ਤੇ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੈਗਨੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਬੈਥਲਹੈਮ ਵਿੱਚ ਭੇਜ ਦਿੱਤਾ। ਉੱਥੇ ਕਿਸ ਤਰ੍ਹਾਂ ਭੇਜਿਆ, ਜੋਸਫ ਨੂੰ ਤਿਆਰ ਕੀਤਾ, ਜੋਸਫ ਨੂੰ ਸੁਪਨੇ ਵਿੱਚ ਗੱਲ ਕੀਤੀ, ਉੱਥੇ ਜਾ ਕੇ ਜਨਮ ਹੋਇਆ ਯਿਸੂ ਮਸੀਹ ਦਾ, ਜੀਸਸ ਦਾ। ਫਿਰ ਉਹਨਾਂ ਨੂੰ ਫਿਰ ਇਜਿਪਟ ਵਿੱਚ ਭੇਜ ਦਿੱਤਾ, ਉੱਥੇ ਥੋੜੀ ਦੇਰ ਰਹੇ, ਜਿੰਨੀ ਦੇਰ ਤੱਕ ਹੈਰਡ ਕਿੰਗ ਸਾਰੇ ਬੱਚੇ। ਚਲੋ ਇਹ ਮੈਂ ਸਟੋਰੀ ਨਹੀਂ ਦੱਸਣਾ ਚਾਹੁੰਦੀ, ਬਟ ਮੈਂ ਸਿਰਫ ਅਕਲ ਦੀ ਗੱਲ ਕਰ ਰਹੀ ਹਾਂ। ਇਹ ਜ਼ਿੰਮੇਵਾਰੀ ਸਾਰੀ ਐਂਜਲ ਨੇ ਹੀ ਲੈ ਲਈ। ਓਕੇ, ਉਹਨੂੰ ਮਤਲਬ ਕਿ ਉਹਨੂੰ ਘਬਰਾਹਟ ਹੋਣ ਨਹੀਂ ਦਿੱਤੀ। ਕਹਿੰਦੇ ਫੀਅਰ ਨਾਟ, ਤੇਰੇ ਤੇ ਪਵਿੱਤਰ ਆਤਮਾ ਆਏਗੀ। ਇਹ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਹ ਮਨੁੱਖ ਦੀ ਬੁੱਧੀ ਨਹੀਂ ਹੈ, ਇਹ ਮਨੁੱਖ ਦਾ ਗਿਆਨ ਨਹੀਂ ਹੈ। ਇਹ ਮਨੁੱਖ ਕਿਵੇਂ ਜਾਣ ਸਕਦਾ ਹੈ? ਅੰਡਰਸਟੈਂਡਿੰਗ, ਉਹਦੀ ਅਕਲ ਕਿ ਮੁਕਤੀ ਕਿਸ ਤਰ੍ਹਾਂ ਸਾਨੂੰ ਮਿਲੀ ਹੈ, ਸੈਲਵੇਸ਼ਨ, ਅਸੀਂ ਮੁਕਤੀ ਕਰਨੀ ਆ ਉਸਨੂੰ ਪੰਜਾਬੀ ਦੇ ਵਿੱਚ ਕੋਈ ਇਹਦੇ ਵਿੱਚ ਬੰਦੇ ਦਾ ਭੂਮਿਕਾ ਹੈ ਹੀ ਨਹੀਂ। ਕਿਸ ਤਰ੍ਹਾਂ ਸੈਲਵੇਸ਼ਨ ਸਟਾਰਟ ਹੋਈ ਹੈ, ਮੁਕਤੀ ਸਟਾਰਟ ਹੋਈ ਹੈ, ਕਿਸ ਤਰ੍ਹਾਂ ਸ਼ੁਰੂ ਹੋਇਆ, ਉਹ ਇਹ ਚੀਜ਼ਾਂ ਮਨੁੱਖ ਨਹੀਂ ਸਮਝ ਸਕਦਾ। ਕਿਉਂਕਿ ਯਿਸੂ ਦਾ ਜਨਮ ਕੋਈ ਵੀ ਮਨੁੱਖ ਉਸ ਤੇ ਵਿਆਖਿਆ ਨਹੀਂ ਕਰ ਸਕਦਾ। ਮੁਕਤੀ ਕਦੀ ਕੋਈ ਨਹੀਂ ਸਮਝ ਸਕਦਾ। ਤੇ ਇਹ ਕਿਵੇਂ ਸ਼ੁਰੂ ਹੋਇਆ? ਮਨੁੱਖ ਤੇ ਮਨੁੱਖਤਾ ਵਿਆਖਿਆ ਨਹੀਂ ਕਰ ਸਕਦੀ। ਥੈਂਕ ਯੂ ਫਾਦਰ, ਥੈਂਕ ਯੂ ਫਾਦਰ। ਪੰਜਾਬੀ ਜੀ ਗੈਟਿੰਗ ਬੈਟਰ। ਸੋ ਇਸ ਕਰਕੇ ਇਹ ਸਕ੍ਰਿਪਚਰ ਜਿਹੜਾ ਸਿਰਫ ਇੱਕ ਸਕ੍ਰਿਪਚਰ ਤੁਸੀਂ ਇਸ ਨੂੰ ਜਿਹੜਾ ਮੈਂ ਦੱਸਿਆ 1 ਪੀਟਰ 2 ਪੀਟਰ ਦਾ ਪਹਿਲਾ ਚੈਪਟਰ 3rd ਵਰਸ, ਤੁਸੀਂ ਇਹ ਸਾਰਾ ਹਫਤਾ ਪੜ੍ਹਦੇ ਰਹੋ। ਦੇਖੋ ਇਹਦੇ ਵਿੱਚ ਕਿੰਨੀ ਅਨੋਇੰਟਿੰਗ ਤੁਹਾਨੂੰ ਮਿਲਦੀ ਹੈ। ਤਾਂ ਕੋਈ ਇਹ ਵਿਆਖਿਆ ਨਹੀਂ ਕਰ ਸਕਦਾ ਕਿ ਹੋਲੀ ਸਪਿਰਿਟ ਕਿਸ ਤਰ੍ਹਾਂ ਤੁਹਾਡੇ ਅੰਦਰ ਰਹਿੰਦੀ ਹੈ। ਅਸੀਂ ਕਹਿੰਦੇ ਆ ਨਾ ਹੋਲੀ ਸਪਿਰਿਟ ਤੁਹਾਡੇ ਅੰਦਰ ਰਹਿੰਦੀ ਹੈ। ਸਾਡੇ ਅੰਦਰ ਲਿਵਰ ਹੈ, ਹਾਰਟ ਹੈ, ਲੰਗਸ ਹੈ, ਪੈਨਕ੍ਰੀਆਸ ਹੈ। ਤੇ ਹਾਰਟ ਪੰਪ ਕਰਦਾ ਹੈ ਬਲੱਡ ਨੂੰ, ਬਲੱਡ ਸਾਰਾ ਟਾਈਮ ਚੱਲਦਾ ਹੈ। ਜਦੋਂ ਡਾਕਟਰ ਅੰਦਰ ਜਾਂਦਾ ਹੈ, ਕੋਈ ਸਰਜਰੀ ਕਰਦਾ ਹੈ, ਤੇ ਉਹ ਹਾਰਟ ਖੋਲਦਾ ਹੈ ਜਾਂ ਪੇਟ ਖੋਲਦਾ ਹੈ, ਉਹਨੂੰ ਲੱਭਦਾ ਨਹੀਂ ਹੋਲੀ ਸਪਿਰਿਟ ਕਿੱਥੇ ਹੈ। ਪਰ ਸਾਡੇ ਵਿੱਚ ਹੋਲੀ ਸਪਿਰਿਟ ਹੈ।
greater is he that is in us than he that is in the world ਵਿੱਚ ਜੋ ਸ਼ੈਤਾਨ ਹੈ ਸਾਡੇ ਅੰਦਰ ਹੋਲੀ ਸਪਿਰਿਟ ਹੈ ਕੋਈ ਕਿਸੇ ਨਾਲ ਬੈਸਾ ਬੈਸੀ ਕਰਨ ਵਾਸਤੇ ਕਿ ਹੋਲੀ ਸਪਿਰਿਟ ਹੁੰਦੀ ਨਹੀਂ ਹੁੰਦੀ ਅਸੀਂ ਬਹਿਸ ਨਹੀਂ ਕਰਨਾ ਕਿਸੇ ਨਾਲ ਸਾਨੂੰ ਇਹ ਪਤਾ ਹੈ ਕਿ ਈਵਨ ਜੀਸਸ ਦੇ ਬ੍ਰਦਰ ਜਿਹੜੇ ਸਨ ਜੋ ਮੈਰੀ ਦੇ ਬੱਚੇ ਸਨ ਬਾਅਦ ਵਿੱਚ ਹੋਏ ਤੇ ਜੀਸਸ ਦੇ ਹਾਫ ਬ੍ਰਦਰਸ ਜਿਹੜੇ ਸਨ ਉਹਨਾਂ ਨੇ ਵੀ ਜੀਸਸ ਨੂੰ ਬਲੀਵ ਨਹੀਂ ਕੀਤਾ ਸੀ ਜਦੋਂ ਉਹ 30 ਇਅਰਸ ਇੱਕ ਘਰ ਵਿੱਚ ਇਕੱਠੇ ਰਹੇ ਫਿਰ 3.5 ਸਾਲ ਜੀਸਸ ਆਪਣਾ ਮਿਨਿਸਟਰੀ ਕੀਤੀ ਉਹਨਾਂ ਨੇ ਤੇ ਉਹ ਸਾਰਾ ਦੇਖਦੇ ਰਹੇ ਉਹਨਾਂ ਦੇ ਭਰਾ ਪਰ ਕਦੋਂ ਬਲੀਵ ਕੀਤਾ ਜੀਸਸ ਦੇ ਬੇਟਿਆਂ ਨੇ ਜੀਸਸ ਦੇ ਭਰਾਵਾਂ ਨੇ ਤੇ ਉਹ ਜਦੋਂ ਜੀਸਸ ਉੱਤੇ ਅਸੈਂਡ ਹੋ ਰਹੇ ਸਨ ਜੀਸਸ ਉੱਪਰ ਜਾ ਰਹੇ ਸਨ ਜਦੋਂ ਤੇ ਉਦੋਂ ਉਹਨਾਂ ਨੇ ਦੇਖਿਆ ਆਪਣੇ ਅੱਖਾਂ ਨਾਲ ਕਿ ਉਹ ਇਹ ਤੇ ਪਰਮੇਸ਼ਵਰ ਹੈ ਫਿਰ ਜੀਸਸ ਨੂੰ ਮਾਰਿਆ ਗਿਆ ਨਾ ਉਹ ਆਪੇ ਨਹੀਂ ਮਰੇ ਸਨ ਜੀਸਸ ਉਹਨਾਂ ਨੂੰ ਮਾਰਿਆ ਗਿਆ ਉਹਨਾਂ ਨੂੰ ਸਲੀਬ ਤੇ ਚੜਾਇਆ ਗਿਆ ਤੇ ਫਿਰ ਉਹਨਾਂ ਨੂੰ ਗ੍ਰੇਵ ਦੇ ਵਿੱਚ ਟੂਮ ਦੇ ਵਿੱਚ ਪਾਇਆ ਗਿਆ ਫਿਰ ਟੂਮ ਦੇ ਵਿੱਚ ਵੱਡਾ ਸਾਰਾ ਪੱਥਰ ਉਹਨਾਂ ਨੇ ਰੱਖਿਆ ਉਹ ਇੰਨਾ ਹੈਵੀ ਪੱਥਰ ਕਿ ਕੋਈ ਉਹਨੂੰ ਹਿਲਾ ਨਾ ਸਕੇ ਫਿਰ ਗਾਰਡ ਸਨ ਬਾਹਰ ਗਾਰਡ ਉਸ ਨੂੰ ਚੌਕੀਦਾਰ ਰੱਖੇ ਹੋਏ ਸਨ ਤੇ ਤੀਸਰੇ ਦਿਨ ਕੀ ਹੋਇਆ ਉਹ ਗਾਰਡ ਬੋਲਦੇ ਨੇ ਉਹ ਤੀਸਰੇ ਦਿਨ ਉੱਠ ਖੜਾ ਹੋਏ ਤੇ ਉਹ ਸੂਰਜ ਵਾਂਗਰ ਸੀ ਇੰਨਾ ਚਾਨਣ ਹੋਇਆ ਜਦੋਂ ਉੱਠ ਖੜੇ ਹੋਏ ਤੇ ਕਹਿੰਦੇ ਉਹ ਸੂਰਜ ਵਰਗਾ ਸੀ ਉਹਦੇ ਬਾਰੇ ਗੱਲ ਨਾ ਕਰੋ ਕਹਿੰਦੇ ਉਹ ਸਾਰੇ ਪੈਸੇ ਪੂਸੇ ਉਹਨਾਂ ਨੂੰ ਦੇ ਕੇ ਉਹਨੂੰ ਮੂੰਹ ਬੰਦ ਕਰ ਦੋ ਲੇਕਿਨ ਸਾਡੇ ਅਪੋਸਟਲ ਮੈਥਿਊ ਨੇ ਉਸ ਨੂੰ ਆਪਣੀ ਕਿਤਾਬ ਦੇ ਵਿੱਚ ਲਿਖ ਦਿੱਤਾ ਹੁਣ ਇੰਨਾ ਮੈਂ ਮੈਸੇਜ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਲੇਕਿਨ ਮੈਂ ਤੁਹਾਨੂੰ ਇਹ ਕੁਐਸਚਨ ਪੁੱਛਣਾ ਚਾਹੁੰਦੀ ਹਾਂ ਬੱਕੋ ਕਿ ਈਸ਼ਵਰੀय ਸਮਰਥਾ ਡਿਵਾਈਨ ਪਾਵਰ ਤੇ ਇਹ ਕਿੰਨੀਆਂ ਚੀਜ਼ਾਂ ਦਿੱਤੀਆਂ ਤੁਹਾਨੂੰ ਡਿਵਾਈਨ ਪਾਵਰ ਨੇ ਤੁਹਾਨੂੰ ਪਤਾ ਸਾਰੀਆਂ ਚੀਜ਼ਾਂ everything all ਸਾਰਾ ਕੁਝ ਸਾਨੂੰ ਪਰਮੇਸ਼ਵਰ ਨੇ ਦਿੱਤਾ ਤੇ ਜੀਵਨ ਤੇ ਭਗਤੀ ਦਾ ਵਾਸਤਾ ਰੱਖਣ ਵਾਸਤੇ ਸਾਰੀਆਂ ਚੀਜ਼ਾਂ ਦਿੱਤੀਆਂ ਕਿਸ ਨੂੰ ਦਿੱਤੀਆਂ ਸਾਨੂੰ ਦਿੱਤੀਆਂ ਤੇ ਤੁਸੀਂ ਮੰਗਿਆ ਸੀ ਨਹੀਂ ਤੁਸੀਂ ਆਪੇ ਆਟੋਮੈਟਿਕ ਪਰਮੇਸ਼ਵਰ ਨੇ ਤੁਹਾਨੂੰ ਦਿੱਤਾ ਓਕੇ ਫਿਰ ਸਾਡੀ ਸਿਆਣਪ ਗਿਆਨ ਸਮਝ ਤੇ ਬੁੱਧੀ ਸਾਰੀ beyond human imagination ਤੇ ਇੱਕ ਦਿਨ ਤੁਸੀਂ ਉੱਠੋ ਬੈਠੋ ਤੇ ਬੋਲੋ ਮੈਂ ਹੁਣ ਡਿਵਾਈਨ ਲਾਈਫ ਜੀਣੀ ਹੈ ਤੇ ਮੈਂ ਡਿਵਾਈਨ ਪਾਵਰ ਮੈਨੂੰ ਚਾਹੀਦੀ ਹੈ ਨਾ ਤੇ ਡਿਵਾਈਨ ਲਾਈਫ ਜੀਣੀ ਹੈ ਬ੍ਰਹਮ ਜੀਵਨ ਮੈਂ ਜੀਣਾ ਚਾਹਨਾ ਵਾ ਤੇ ਇੱਕ ਦਿਨ ਵਿੱਚ ਨਹੀਂ ਹੋਏਗਾ ਤੁਹਾਨੂੰ ਡਿਵਾਈਨ ਪਾਵਰ ਚਾਹੀਦੀ ਹੈ ਤੁਸੀਂ ਪਰਮੇਸ਼ਵਰ ਦੇ ਨਾਲ ਵਾਕ ਕਰਨਾ ਤੇ ਇਹ ਸਿਰਫ ਥੋੜੇ ਲੋਕੀ ਹੀ ਸਮਝ ਸਕਦੇ ਨੇ ਤੇ ਜਿਸ ਤਰ੍ਹਾਂ ਅਸੀਂ ਲੋਕ ਕਿਸੇ ਨੂੰ ਗੱਲ ਕਰਦੇ ਹਾਂ ਹੁਣ ਮੈਂ ਇੱਕ ਸਿੱਖਣੀ ਹੋ ਕੇ ਪਰਮੇਸ਼ਵਰ ਨੂੰ ਐਕਸੈਪਟ ਕੀਤਾ ਤੇ ਉਹ ਸਾਰੇ ਇਹ ਲੋਕ ਬੋਲਦੇ ਨੇ ਇਹ ਫਿਰ ਮੂਰਖ ਹੈ ਇਹ ਬਕਵਾਸ ਕਰਦੀ ਹੈ ਇਹੋ ਜਿਹੀਆਂ ਗੱਲਾਂ ਠੀਕ ਨਹੀਂ ਹੈ ਕਿਉਂਕਿ मैं रिपीट नहीं करना चाहती वो कहते पागल है ये जीसस क्राइस्ट के पीछे लग गई है बहुत लोग की अंडरस्टैंड नहीं करते क्योंकि धरती उत्ते कोई भी मनुख नहीं जो ये चीज को समझ सकता है सिर्फ जिन्ना नू परमेश्वर ने वो अकल दी है वो डिवाइन पावर दी है वो ही बंदा समझ सकता है ते असी सानू परमेश्वर ने डिवाइन पावर दे नाल डिवाइन नॉलेज दे नाल ट्रुथ सानू ट्रुथ पता है ना कि सच की है और सानू ईश्वरीय समर्था सानू दिती गई है असी एक स्टेप बाय स्टेप महिमा ते महिमा एक स्क्रिप्चर हैगा 2 कुरिन्थियन दा 3:18 दूसरा कुरिन्थियन दा तीसरा बुक ते 18वें वर्स विच जाना ਤੁਸੀਂ ਪੜ੍ਹ ਲੈਣਾ ਜਦੋਂ ਅਸੀਂ ਮਹਿਮਾ ਤੋਂ ਮਹਿਮਾ ਵੱਲ ਵਧਦੇ ਹਾਂ ਤਾਂ ਤੁਸੀਂ ਪ੍ਰਭੂ ਯਿਸੂ ਵਰਗੇ ਬਣ ਜਾਂਦੇ ਹੋ ਹੌਲੀ ਹੌਲੀ ਇੱਕ ਸਟੈਪ ਬਾਈ ਸਟੈਪ ਇੱਕ ਦਿਨ ਨਹੀਂ ਤੁਹਾਨੂੰ ਆ ਕੇ ਸਾਰਾ ਕੁਝ ਡਾਊਨਲੋਡ ਹੋ ਜਾਏਗਾ ਤੁਹਾਡੇ ਅੰਦਰ ਤੁਸੀਂ slowly step by step ਤੁਸੀਂ ਚਰਚ ਆਉਂਦੇ ਰਹੋ ਬਾਈਬਲ ਪੜ੍ਹਦੇ ਰਹੋ ਤੁਸੀਂ ਆਪਣੇ
ਪਾਸਟਰਸ ਦਾ ਸਿਰ ਖਾਂਦੇ ਰਹੋ, ਮੈਨੂੰ ਇਹ ਦੱਸੋ ਇਹ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਤੁਸੀਂ ਤੁਹਾਨੂੰ ਪਾਵਰ ਮਿਲ ਗਈ ਹੈ, ਤੁਹਾਨੂੰ ਵਿਲ ਵੀ ਮਿਲ ਗਈ ਹੈ, ਹੁਣ ਅਗਲਾ ਕੰਮ ਤੁਸੀਂ ਕਰਨਾ ਹੈ ਆਪੇ। ਤਾਂ ਇਸ ਨੂੰ ਸਿੱਖਣ ਵਾਸਤੇ ਮੋਜ਼ਿਸ ਜਿਹੜਾ ਕੱਲਾ ਗਿਆ ਸੀ ਉੱਪਰ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ, ਤੁਸੀਂ ਓਲਡ ਟੈਸਟਮੈਂਟ ਪੜ੍ਹੀਏ ਤੇ ਯਿਸੂ ਮਸੀਹ ਦੇ ਨਾਲ ਸਾਨੂੰ ਹੋਲੀਜ਼ ਆਫ ਹੋਲੀ ਸਾਰਾ ਖੁੱਲ ਗਿਆ, ਸਾਨੂੰ ਪਵਿੱਤਰ ਆਤਮਾ ਦਿੱਤੀ ਹੈ ਤੇ ਸਾਨੂੰ ਪਹਾੜ ਦੇ ਉੱਤੇ ਚੜ੍ਹਨ ਦੀ ਲੋੜ ਨਹੀਂ ਪਰਮੇਸ਼ਵਰ ਨੂੰ ਲੱਭਣ ਦੀ, ਪਰਮੇਸ਼ਵਰ ਸਾਡੇ ਅੰਦਰ ਹੈ। ਹੁਣ ਕੁਐਸਚਨ ਕਿ ਤੁਸੀਂ ਕਿਸ ਤਰ੍ਹਾਂ ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਹੁਣ ਤੁਸੀਂ ਗॉडली ਲਾਈਫ ਲਿਵ ਕਰ ਰਹੇ ਹੋ? ਕੁਐਸਚਨ ਤੇ ਗॉडली ਲਾਈਫ ਲਿਵ ਕਰਨ ਦੀ ਤਾਕਤ ਹੈ ਤੇ ਬਲੇਸਿੰਗ ਹੈ ਤੁਹਾਡੇ ਤੇ। ਤੁਸੀਂ ਕੀ ਕਰਨਾ ਹੈ? ਤੁਸੀਂ ਯਿਸੂ ਮਸੀਹ ਦੇ ਨੂੰ ਦੇਖਣਾ ਹੈ, he is the author and finisher of our life, है ना, and just look at him। ਪਰਮੇਸ਼ਵਰ ਨੂੰ ਤੁਸੀਂ ਜਾਰਡਨ ਤੋਂ, ਜਿੱਥੇ ਉਹਨਾਂ ਨੇ ਬਪਤਿਸਮਾ ਲਿਆ ਸੀ, ਜਾਰਡਨ ਰਿਵਰ ਤੋਂ ਕੈਲਵਰੀ ਜਦੋਂ ਉਹ ਸਲੀਬ ਤੇ ਚੜੇ ਸਨ, ਉਹ ਸਾਰੀ ਜੋ ਉਹਨਾਂ ਦਾ 3.5 ਸਾਲ ਵਿੱਚ ਜੋ ਕੀਤਾ ਉਹਨਾਂ ਨੇ, ਉਹ ਅਪੋਸਟਲ ਪੌਲ ਨੇ ਵੀ 19 ਬੁੱਕਸ ਲਿਖੀਆਂ। ਤੁਸੀਂ ਉਸਨੂੰ ਬਹੁਤ ਅੱਛੀ ਤਰ੍ਹਾਂ ਧਿਆਨ ਨਾਲ ਇਹ ਕਰ ਲਓ, ਤੁਸੀਂ ਡਿਟਰਮਿਨ ਕਰ ਲਓ ਕਿ ਤੁਸੀਂ ਸਾਲ ਦੇ ਵਿੱਚ 2 ਵਾਰੀ ਬਾਈਬਲ ਪੜ੍ਹਨਾ ਹੈ। ਪੂਰੀ ਬਾਈਬਲ ਤੁਸੀਂ ਖਤਮ ਕਰ ਸਕਦੇ ਹੋ, ਪੜ੍ਹਦੇ ਰਹੋ ਤੇ ਫਿਰ ਉਹਨਾਂ ਦੀ ਰੀਸ ਕਰੋ। ਅਫੀਸ਼ੀਅਨ 5:1 ਲਾਸਟ ਵੀਕ ਮੈਂ ਪੜ੍ਹਾਇਆ ਸੀ, 5:1 ਕਿ ਉਹਨਾਂ ਦੀ ਤੁਸੀਂ ਨਕਲ ਕਰਨੀ ਹੈ ਪਰਮੇਸ਼ਵਰ ਦੀ, ਤੇ ਜਿੱਥੇ ਵੀ ਤੁਸੀਂ ਜਾਂਦੇ ਹੋ ਤੁਸੀਂ ਉੱਥੇ ਪਰਮੇਸ਼ਵਰ ਦੇ ਦੂਤ ਬਣ ਕੇ ਜਾਣਾ। ਤੁਸੀਂ ਕਿਸੇ ਨਾਲ ਆਰਗਿਊ ਨਹੀਂ ਕਰਨਾ, ਲੜਾਈ ਨਹੀਂ ਕਰਨੀ ਔਰ ਕੁਝ ਨਹੀਂ, ਜਸਟ ਤੁਸੀਂ ਐਜ਼ ਏ ਏਜੰਟ ਸਾਰਿਆਂ ਨੂੰ ਮਾਫ ਕਰ ਦੇਣਾ। ਜੋ ਵੀ ਤੁਹਾਨੂੰ ਦੇਖੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇੱਕ ਅਲੱਗ ਜਿਹਾ ਬੰਦਾ ਹੈ, ਇਹ ਪਰਮੇਸ਼ਵਰ ਦਾ ਬੰਦਾ ਹੈ। So by this I'm done. So let me pray. मैं छोटी जी pray करती हूँ। We are done. If you want to stand, it's up to you. पिता परमेश्वर, मैं ਤੁਹਾਡੇ ਅੱਗੇ खड़े हो जाओ तो better है। पिता परमेश्वर प्रार्थना करांगे। ਭੈਣ ਭਰਾਵਾਂ ਨਾਲ ਆਉਂਦੀ ਹਾਂ, ਦਇਆ ਕਰੋ ਮੇਰੇ ਪ੍ਰਭੂ, ਆਪਣੇ ਦਾਸ ਦਾਸੀਆਂ ਤੇ ਬਲ ਦਿਓ। ਵਚਨ ਦੇ ਜੋਰ ਅੱਗੇ ਸ਼ੈਤਾਨ ਦਾ ਕੋਈ ਵਸ ਨਹੀਂ ਚੱਲ ਸਕਦਾ। ਇੱਕ ਇੱਕ ਨੂੰ ਛੂ ਲੋ ਮੇਰੇ ਪ੍ਰਭੂ, ਮੇਰੇ ਯੈਸ ਫਾਦਰ, ਹਾਲੇਲੂਇਆ, ਪ੍ਰੇਜ਼ ਗॉड। ਯਾ ਪ੍ਰਭੂ ਯਿਸੂ ਮਸੀਹ ਦੇ ਨੇ ਸਾਡੀਆਂ ਬਿਮਾਰੀਆਂ ਲੈ ਲਈਆਂ। ਮੇ ਗॉड ਹੀਲ ਐਵਰੀਬਾਡੀ ਟੁਡੇ। ਕਿਸੇ ਨੂੰ ਡਾਇਬੀਟੀਜ਼ ਹੈ, ਕਿਸੇ ਨੂੰ ਖੂਨ ਦੀ ਬਿਮਾਰੀ ਹੈ, ਡਾਇਬੀਟੀਜ਼ ਹੈ, ਸ਼ੂਗਰ ਹੈ ਜਾਂ ਬਲੱਡ ਪ੍ਰੈਸ਼ਰ ਹੈ, ਉਹ ਅੱਜ ਹੀਲ ਹੋ ਰਿਹਾ ਹੈ। ਤੇ ਕਿਸੇ ਨੂੰ ਗੋਡਿਆਂ ਵਿੱਚ ਪੇਨ ਹੈ ਲੇਕਿਨ ਉਹ ਰਾਈਟ ਗੋਡਾ, ਉਸਦਾ ਰਾਈਟ ਗੋਡਾ ਦਰਦ ਕਰ ਰਿਹਾ ਹੈ ਤੇ ਉਹ ਠੀਕ ਹੋ ਜਾਏਗਾ ਅੱਜ ਇਨ ਦ ਨੇਮ ਆਫ ਜੀਸਸ। ਰਾਈਟ ਸੱਜੇ ਗੋਡੇ ਦੇ ਵਿੱਚ ਕਿਸੇ ਦੇ ਦਰਦ ਹੈ, ਸੱਜੇ ਗੋਡੇ ਦੇ ਵਿੱਚ ਕਿਸੇ ਦੇ ਦਰਦ ਹੋ ਰਹੀ ਹੈ, ਕਿਸੇ ਦੇ ਸੱਜੇ ਘੁਟਨੇ ਦੇ ਵਿੱਚ ਦਰਦ ਹੈ, ਪਰਮੇਸ਼ਰ ਉਹਨੂੰ ਠੀਕ ਕਰ ਰਿਹਾ ਸੱਜੇ ਗੋਡੇ ਦੇ ਵਿੱਚ। ਆਜੋ ਆਂਟੀ ਅੱਗੇ, ਆਜੋ। ਹਾਂਜੀ, ਇਹਨਾਂ ਦੇ ਆਂਟੀ ਦੇ ਹੱਥ ਰੱਖੋ। By your stripe, Christ has redeemed the curse from us. So, by your stripes, she is healed. The right goda is healed in the name of Jesus. In the name of Jesus, be healed. ਤੇ ਕਿਸੇ ਨੂੰ ਰਾਈਟ ਸ਼ੋਲਡਰ ਤੇ ਦਰਦ ਹੈ, ਭੈਣ ਜੀ ਤੁਸੀਂ ਚੱਲ ਕੇ ਦੇਖੋ। ਹੁਣ ਤੁਸੀਂ ਚੱਲੋਗੇ, ਤੁਹਾਡਾ ਗੋਡੇ ਦਾ ਦਰਦ ਠੀਕ ਹੋ ਜਾਏਗਾ in the name of Jesus. ਤੁਹਾਨੂੰ ਕੋਈ ਸਰਜਰੀ ਕਰਾਉਣ ਦੀ ਲੋੜ ਨਹੀਂ। ਹਾਲੇਲੂਇਆ। ਡਾਕਟਰ ਕੋਲ ਤੁਹਾਡੀ ਰਿਪੋਰਟ ਠੀਕ ਆਏਗੀ। ਹੁਣ ਤੇ ਰਾਈਟ ਸ਼ੋਲਡਰ ਨੂੰ ਕਿਸੇ ਨੂੰ ਪੇਨ ਹੈ, ਉਹ ਵੀ ਠੀਕ ਹੋ ਜਾਏਗਾ। ਤੇ ਸੱਜੇ ਮੋਢੇ ਦੇ ਉੱਤੇ ਦਰਦ ਹੋ ਰਹੀ ਹੈ, ਉਹ ਵੀ ਠੀਕ ਹੋ ਰਿਹਾ। ਸੱਜੇ ਸ਼ੋਲਡਰ ਦੇ ਉੱਤੇ ਕਿਸੇ ਦੇ ਦਰਦ ਹੋ ਰਹੀ ਹੈ, ਉਹ ਵੀ ਠੀਕ ਹੋ ਰਿਹਾ। ਪ੍ਰਭੂ ਉਹਨੂੰ ਛੂਹ ਰਿਹਾ ਇਸੇ ਵਕਤ। ਹੁਣੇ ਪਰਮੇਸ਼ਵਰ ਨੇ ਦੱਸ ਰਿਹਾ ਕਿਸੇ ਨੂੰ ਅੱਖਾਂ ਦੇ ਵਿੱਚ ਕੋਈ ਪ੍ਰੋਬਲਮ ਹੈ, ਅੱਖਾਂ ਦੀ, ਤੇ ਉਹ ਵੀ ਅੱਖਾਂ ਦੇ ਉੱਤੇ ਹੱਥ ਰੱਖੋ ਤੇ ਥੈਂਕ ਯੂ ਫਾਦਰ ਫॉर ਹੀਲਿੰਗ ਥੀਸ ਆਈਜ਼ ਲਾਰਡ। In Jesus' name, by your stripes, you have taken all our infirmity, sickness, and disease, and nailed it to the cross 2,000 years ago. By your stripes, they are healed. In Jesus' name, we pray. Amen. Amen. Thank you. Amen. Thank you. Thank you for the Zoom. Thank you, Jesus. ਜ਼ੋਰਦਾਰ ਤਾਲੀਬ ਜ਼ਵਾਂਗੇ ਪਰਮੇਸ਼ਵਰ ਦੇ ਲਈ।
ਕਿਉਂਕਿ ਉਹ ਭਲਾ ਹੈ, ਉਹਦੀ ਦਇਆ ਸਦਾ ਦੀ ਹੈ, ਉਹਦੀ ਕਿਰਪਾ ਦੇ ਦੁਆਰਾ ਅਸੀਂ ਚੰਗੇ ਹੁੰਨੇ ਆ, ਉਹਦੇ ਕੋੜੇ ਖਾਣ ਦੇ ਨਾਲ ਅਸੀਂ ਚੰਗੇ ਹੋਏ ਆ, ਉਹਦੇ ਮਾਰ ਖਾਣ ਨਾਲ ਅਸੀਂ ਚੰਗੇ ਹੋਏ ਆ। हालेलुया। सब बैठ जाइए, सब बैठ जाइए। थैंक यू जीसस, थैंक यू जीसस, थैंक यू सो मच फॉर योर वंडरफुल मैसेज। आइए एक लास्ट विच ਅਸੀਂ ਭਜਨ ਗਾਵਾਂਗੇ। ਓਕੇ, थैंक यू जीसस। ਹਾਂਜੀ।